ਜਿਹੜੇ 3 ਕਰੋੜ ਕਾਲੇ ਕਾਨੂੰਨ ਲਿਆਏ ਸੀਗੇ ਕਿਸਾਨ ਨੂੰ ਪੁੱਛਿਆ ਤੁਸੀਂ? ਕਿਸਾਨ ਨੂੰ ਭਾਬੀ ਦਾ ਜਿਹਦੇ ਫਾਇਦੇ ਲਈ ਤੁਸੀਂ ਕਰ ਰਹੇ ਜਦੋਂ ਉਹਨੂੰ ਨਹੀਂ ਪੁੱਛਦੇ ਤੇ ਕਹਿੰਦੇ ਦੇਖੋ ਜੀ ਆ ਦੇਖੋ ਸਥਿਤੀ ਖਰਾਬ ਹੋ ਗਈ। ਜਾਓ ਨਾ ਬਿਹਾਰ ਦੇ ਵਿੱਚ ਕਹੋ ਸਥਿਤੀ ਖਰਾਬ ਹੋ ਗਈ, ਰੈਂਕ ਤੇ ਵੱਜਦੇ ਆ। ਇਹ ਲੋਲੀਪੌਪ ਜਿਹੜੇ ਨੇ ਨਾ, ਇਹ ਲੋਲੀਪੌਪ ਤੁਸੀਂ ਇਹ ਦਿੱਲੀ ਵਾਲੇ ਨੂੰ ਜ਼ਰੂਰ ਦੇ ਲਿਓ। ਪੰਜਾਬ ਦਾ ਕਿਸਾਨ ਸਮਝਦਾ, ਅਸੀਂ ਮਿੱਟੀ ਨਾਲ ਮਿੱਟੀ ਹੋਣ ਵਾਲੇ ਬੰਦੇ ਅਸੀਂ ਸਮਝਦੇ ਆ ਇਸ ਗੱਲ। ਪਿਆਰੇ ਦੋਸਤੋ, ਅੱਜ ਦੀ ਪ੍ਰੈਸ ਕਾਨਫਰੰਸ ਦਾ ਮਕਸਦ ਇੱਕ ਲਾਰਜਰ ਕਨਸਪੀਰੇਸੀ, ਇੱਕ ਵੱਡੇ ਛੜਯੰਤਰ ਨੂੰ ਬੇਨਕਾਬ ਕਰ। ਪੀਯੂਸ਼ ਗੋਇਲ ਸਾਹਿਬ ਨੇ ਚੀਫ ਮਿਨਿਸਟਰ ਸਾਹਿਬ ਨੂੰ ਇੱਕ ਚਿੱਠੀ ਲਿਖੀ, ਮੇਰੇ ਦੋਸਤ ਨੇ, ਉਹ ਮੈਂ ਜਾਣਦਾ ਉਹਨਾਂ ਨੂੰ, ਪਰ ਉਹਦੀ ਜਿਹੜੀ ਸੌੜੀ ਨੀਅਤ ਹੈ, ਉਹਦਾ ਜਿਹੜਾ ਅੰਡਰ ਕਰੰਟ ਹੈ, ਉਹ ਝੂਠ ਦੀ ਬੁਨਿਆਦ ਤੇ ਖੜਾ ਹੈ। ਜੜੋਂ ਪੱਟ ਦੂੰ ਉਹ ਝੂਠ ਨੂੰ। ਵੈਸੇ ਵੀ ਝੂਠ ਦੇ ਪੈਰ ਨਹੀਂ ਹੁੰਦੇ। ਉਸ ਚਿੱਠੀ ਦੇ ਵਿੱਚ ਸਭ ਤੋਂ ਵੱਡਾ ਮਨਸੂਬਾ ਇਹ ਹੈ ਕਿ ਸਾਡਾ ਏਜ 올ਡ ਟ੍ਰਾਈਡ ਟੈਸਟਡ ਸਕਸੈਸਫੁਲ APMC ਦਾ ਜਿਹੜਾ ਮੰਡੀ ਸਿਸਟਮ ਹੈ, ਉਹਨੂੰ ਅਸਤ ਵਿਅਸਤ ਕਰਨਾ, ਉਹਨੂੰ ਡਿਸਰਪਟ ਕਰਨਾ ਔਰ ਪੰਜਾਬ ਦੇ ਵਿੱਚ ਇੱਕ ਡਿਵੀਜ਼ਨ ਪੈਦਾ ਕਰਨਾ ਵੀ ਕਿਸਾਨ ਵੀਰ ਸਭ ਸਮਝਦੇ ਹੋ, ਉਹ ਆੜਤੀਆਂ ਦੇ ਖਿਲਾਫ ਖੜੇ ਹੋ ਜਾਣ, ਆੜਤੀ ਉਹਨਾਂ ਦੇ ਖਿਲਾਫ ਖੜੇ ਹੋ ਜਾਣ ਔਰ ਦੋਨੋਂ ਪੁੱਛ ਕੇ ਪੰਜਾਬ ਸਰਕਾਰ ਨੂੰ ਖੜ ਕੇ ਸਵਾਲ ਕਰਨ ਵੀ ਤੁਹਾਤੋਂ ਸਰਕਾਰ ਨਹੀਂ ਚੱਲਦੀ, ਤੁਹਾਤੋਂ ਸਾਡੀਆਂ ਸਮੱਸਿਆਵਾਂ ਦਾ ਹੱਲ ਨਹੀਂ। ਇਹ ਡਿਵੀਜ਼ਨ ਜਿਹੜੇ ਗੋਰੇ ਪੈਦਾ ਕਰਦੇ ਹੁੰਦੇ ਸੀਗੇ, ਇਹ ਡਿਵੀਜ਼ਨ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਮੈਂ 4 ਪੁਆਇੰਟ ਦੱਸੂਗਾ ਔਰ ਇਹਨਾਂ ਦਾ ਝੂਠ ਦਾ ਪਰਦਾਫਾਸ਼ ਹੋ ਜੂ ਪੂਰੀ ਤਰ੍ਹਾਂ। ਮੈਂ ਪਹਿਲਾਂ ਵੀ ਜਦੋਂ ਵੀ ਗੱਲ ਕੀਤੀ ਹੈ ਤਰਕ ਤੇ ਕੀਤੀ ਹੈ ਔਰ ਸਰੇਆਮ ਕਹਿ ਕੇ ਕੀਤੀ ਹੈ ਵੀ ਕਿਤੇ ਵੀ ਕੋਈ ਵੀ ਸੈਂਟਰ ਸਰਕਾਰ ਦਾ ਬੰਦਾ ਆ ਕੇ ਦਿੰਦਾ ਪਹਿਲੇ, ਕਿਸੇ ਨੇ ਅੱਜ ਤੱਕ ਕੋਈ ਜਵਾਬ ਨਹੀਂ ਦਿੱਤਾ। ਹੁਣ ਗੋਇਲ ਸਾਹਿਬ ਨੇ ਬੜਾ ਕੈਟੇਗੋਰਿਕਲੀ ਡਾਇਰੈਕਟ ਪੇਮੈਂਟ ਦੀ ਗੱਲ ਕੀਤੀ ਹੈ ਔਰ ਜੇ ਤੁਸੀਂ ਦੇਖੋ ਡਾਇਰੈਕਟ ਪੇਮੈਂਟ ਵੀ ਹਰੇਕ ਬੰਦੇ ਤਨਖਾਹ ਉਹਦੇ ਖਾਤੇ 'ਚ ਪੈਂਦੀ ਹੈ। ਇਹ ਤਾਂ ਬੜੀ ਵਧੀਆ ਗੱਲ ਹੈ, ਗੱਲ ਸੁਣਨ 'ਚ ਬੜੀ ਚੰਗੀ ਲੱਗਦੀ ਹੈ, ਪਾਲਿਸੀ ਲਿਖਣ ਦੇ ਵਿੱਚ ਬੜੀ ਚੰਗੀ ਲੱਗਦੀ ਹੈ, ਬੜੀ ਸੁਹਾਉਂਦੀ ਹੈ। ਪਰ ਮੈਂ ਕਹਿੰਦਾ ਛਾਤੀ ਠੋਕ ਕੇ ਕਿ ਸ਼ੁਰਲੀ ਹੈ, ਇਹਦਾ ਮਨਸੂਬਾ ਕੁਛ ਹੋਰ ਹੈ। ਗੋਇਲ ਸਾਹਿਬ ਇਹ ਤਰਕ ਦਿੰਦੇ ਆ ਕਿ ਜੀ ਪੰਜਾਬ ਦਾ ਜਿਹੜਾ ਰੈਵਨਿਊ ਡਿਪਾਰਟਮੈਂਟ ਆ ਉਹਨੂੰ ਲੈਂਡ ਰਿਕਾਰਡਾਂ ਦੇ ਬਾਰੇ ਸਾਰਾ ਕੁਝ ਪਤਾ ਹੈ ਔਰ ਸਭ ਕੁਝ ਜਾਣੂ ਹੈ, ਓਨਰਸ਼ਿਪ ਹੋਲਡਿੰਗਸ ਦੇ ਬਾਰੇ। ਪਰ ਮੈਂ ਸੈਂਟਰ ਸਰਕਾਰ ਦਾ ਆਪਦਾ ਹੀ ਤੀਰ ਇਹਨਾਂ ਦੇ ਵੱਲ ਕਰਦਾ, ਮੈਂ ਮੋੜ ਦਿੰਦਾ ਉਹਨੂੰ ਇਹਨਾਂ ਵੱਲ। ਨੈਸ਼ਨਲ ਸੈਂਪਲ ਸਰਵੇ 2012-13 ਦਾ, ਇਹ ਮੇਰਾ ਨਹੀਂ ਹੈ, ਇਹ ਨੈਸ਼ਨਲ ਸੈਂਪਲ ਸਰਵੇ ਹੈ। ਉਹ ਕਹਿੰਦਾ ਵੀ 24% ਖੇਤੀ ਜਿਹੜੀ ਹੁੰਦੀ ਉਹ ਠੇਕੇ ਤੇ ਹੁੰਦੀ ਹੈ। ਮੈਂ ਉਹਦੇ ਐਡੀਸ਼ਨ ਕਰਨ ਲੱਗਿਆ, 24% ਖੇਤੀ ਠੇਕੇ ਤੇ ਹੁੰਦੀ ਹੈ, ਮੈਂ ਉਹਦੇ ਤੇ ਐਡੀਸ਼ਨ ਕਰਨ ਲੱਗਿਆ। ਉਹ ਖੇਤੀ ਓਰਲ ਕੰਟਰੈਕਟਸ ਤੇ ਹੁੰਦੀ ਹੈ, ਕਿਸੇ ਰਿਟਨ ਕੰਟਰੈਕਟ ਤੇ ਨਹੀਂ ਹੁੰਦੀ, ਅਨਰਿਟਨ ਹੈ, ਉਹ ਓਰਲ ਹੈ, ਜ਼ਬਾਨੀ ਹੈ। ਆ ਪਿੰਡ ਮਾਨ ਵਾਲੇ ਆ ਬੈਠਾ ਮੇਰਾ ਤਾਏ ਦਾ ਮੁੰਡਾ, ਇਹਨੂੰ ਪੁੱਛੋ 2 ਏਕੜ ਕਿਤੇ ਦਿੱਤੀ ਹੋਈ ਹੈ, 3 ਏਕੜ ਕਿਤੇ ਦਿੱਤੀ ਹੋਈ ਹੈ, ਜ਼ਬਾਨ ਤੇ ਦਿੱਤੀ ਹੈ ਜਾਂ ਲਿਖਤ ਤੇ ਦਿੱਤੀ। ਹੁਣ ਤੁਸੀਂ ਮੈਨੂੰ ਦੱਸੋ ਕਿ ਗੋਇਲ ਸਾਹਿਬ ਕਹਿੰਦੇ ਵੀ ਸਾਰੇ ਲੈਂਡ ਰਿਕਾਰਡ ਹੈਗੇ ਨੇ, ਉਹਨਾਂ ਕੋਲ ਲੈਂਡ ਰਿਕਾਰਡ ਜਿਹੜੇ ਨੇ ਓਨਰਸ਼ਿਪ ਦੇ ਹੈਗੇ ਨੇ, ਉਹ ਇਹ ਜਾਣਦੇ ਨੇ ਕਿ ਜੀ ਆ ਫਲਾਣੇ ਬੰਦੇ ਦੀ ਫਲਾਨੀ ਮਾਲਕੀਅਤ ਹੈ, ਪਰ ਉਹਨਾਂ ਦੇ ਕੋਲ ਠੇਕੇ ਵਾਲਾ ਕੋਈ ਰਿਕਾਰਡ ਨਹੀਂ। ਔਰ ਮੈਂ ਤੁਹਾਨੂੰ ਚੈਲੰਜ ਨਾਲ ਕਹਿਣਾ
ਜੋ ਗੋਇਲ ਸਾਹਿਬ ਕਹਿ ਰਹੇ ਆ, ਤੁਸੀਂ ਆ ਵਿਸਾਖੀ ਦੇ ਉੱਤੇ ਇਹਨਾਂ ਦੀ ਚਿੱਠੀ ਇਨ ਬਿਨ ਲਾਗੂ ਕਰ ਦਿਓ, ਇਨ ਬਿਨ ਲਾਗੂ ਕਰ ਦਿਓ, ਤੇ ਮੈਂ ਤੁਹਾਨੂੰ ਕਹਿੰਦਾ ਕਿ 25 ਤੋਂ 30% ਪੰਜਾਬੀਆਂ ਨੂੰ ਕੋਈ ਪੇਮੈਂਟ ਨਹੀਂ ਮਿਲਣੀ, ਕੋਈ ਪੇਮੈਂਟ। ਉਹ ਖੜਾ ਹੋ ਮੰਡੀ 'ਚ ਕਣਕ ਲੈ ਕੇ, ਪਰ ਉਹਨੂੰ ਪੇਮੈਂਟ ਮਿਲਣ ਦੀ ਕੋਈ ਉਮੀਦ ਨਹੀਂ ਹੋਊ। ਪਰ ਇਹ ਕਿਹੜਾ ਕਿਸਾਨ ਹੈ? ਮੈਂ ਛਾਤੀ ਠੋਕ ਕੇ ਕਹਿੰਦਾ, ਡੰਕੇ ਦੀ ਚੋਟ ਤੇ ਕਹਿੰਦਾ, ਕਿਹੜਾ ਕਿਸਾਨ ਹੈ? ਇਹ 2 ਏਕੜ ਆ, ਫਿਰ ਲੈਂਡ ਹੋਲਡਿੰਗਸ ਛੋਟੀਆਂ ਹੋ ਗਈਆਂ। ਤੁਸੀਂ ਦੇਖੋ ਸਾਡੀ ਜਵਾਨੀ ਬਾਹਰ ਜਾਈ ਜਾਂਦੀ ਹੈ। ਜੱਟਾਂ ਦੇ ਜਿੰਨੇ ਪੁੱਤ ਹੁੰਦੇ ਉਨੀ ਜ਼ਮੀਨ ਵੰਡੀ ਜਾਂਦੀ ਹੈ, ਉਹਨਾਂ ਹੀ ਠੇਕਾ ਵਧੀ ਜਾਂਦਾ। ਇਹ ਸਾਰੇ ਉਹ ਨੇ ਜਿਹੜੇ ਕਤਾਰ ਦੇ ਵਿੱਚ ਅਖੀਰ 'ਚ ਖੜੇ ਨੇ, ਛੋਟੇ ਫਾਰਮਰ ਨੇ। ਇਹ 30% ਵਾਂਝੇ ਰਹਿ ਜਾਣਗੇ। ਮੈਂ ਡੰਕੇ ਦੀ ਚੋਟ ਤੇ ਕਹਿਣਾ। ਦੂਜੀ ਗੱਲ, ਮੇਰਾ ਦੂਜਾ ਪੁਆਇੰਟ, ਛੋਟੀ ਪ੍ਰੈਸ ਕਾਨਫਰੰਸ ਪਰ ਮੈਂ ਤਾਰ ਕਰ ਦੂੰ, ਜ਼ਾਰ ਕਰ ਦੂੰ। ਮੇਰਾ ਦੂਜਾ ਪੁਆਇੰਟ, ਭਾਈ ਇਹ ਛੋਟਾ ਕਿਸਾਨ ਜ਼ਮੀਨ ਠੇਕੇ ਤੇ ਲੈਣ ਤੋਂ ਪਹਿਲਾਂ ਪੈਸੇ ਕਿੱਥੋਂ ਲੈਂਦਾ? ਉਹਦੇ ਕੋਲ ਹੈ ਨਹੀਂ। ਜੇ ਉਹਨੇ 4 ਏਕੜ ਤੇ ਕਲਟੀਵੇਸ਼ਨ ਕਰਨੀ ਹੈ, 2 ਏਕੜ ਤੇ ਕਰਨੀ ਹੈ, 1.5 ਏਕੜ ਤੇ ਕਰਨੀ ਹੈ, 5 ਏਕੜ ਤੇ ਕਰਨੀ ਹੈ, ਉਹ ਆਪ ਕਿਲੋ ਪੈਸੇ ਲੈਂਦੇ। ਉਹ ਕਹਿੰਦਾ ਲਿਆ ਯਾਰ 2 ਲੱਖ ਦੇ ਦੇ, ਮੈਨੂੰ ਲੱਖ ਦੇ ਦੇ। ਕਿਉਂ? ਉਹਨੇ ਬੀਜ ਖਰੀਦਣਾ, ਉਹਨੇ ਠੇਕਾ ਦੇਣਾ। ਠੇਕਾ ਨਹੀਂ ਦੇਣਾ, ਉਹਨੇ ਠੇਕਾ ਦੇਣਾ। ਉਹਨੇ ਪੈਸਟੀਸਾਈਡ ਖਰੀਦਣੀ, ਖਰੀਦਣੀ ਕਿ ਨਹੀਂ ਖਰੀਦਣੀ? ਇਹ ਸਾਰਾ ਕੁਝ ਉਹਨੇ ਖਰੀਦਣਾ। ਫਿਰ ਉਹਦੀ ਕਾਸਟ ਆਫ ਪ੍ਰੋਡਕਸ਼ਨ ਉਹ ਪਹਿਲਾਂ ਹੀ ਆੜਤੀਏ ਤੋਂ ਲੈਂਦਾ। ਆੜਤੀਆ ਉਹ ਕਾਸਟ ਬੀਅਰ ਕਰਦਾ। ਇਹ ਐਂਟਵਾਈਨਡ ਸਿਸਟਮ ਹੈ। ਕੋਈ ਇਹ ਥੋੜਾ ਨਾ ਵੀ ਤੁਸੀਂ ਆਪਣਾ ਤੁਗਲਕੀ ਫਰਮਾਨ ਜਾਰੀ ਕਰੋਗੇ ਤੇ ਸਿਸਟਮ ਜ਼ਾਰ ਕਰ ਦਿਓਗੇ। ਇਹ ਤੇ ਉਦੋਂ ਦਾ ਚੱਲੀ ਆਉਂਦਾ। ਤੁਸੀਂ ਦੇਖ ਲਓ ਕਿੰਨੀ ਦੇਰ ਦਾ ਚੱਲੀ ਆਉਂਦਾ। ਇਹ ਭੁਲੇਖਾ ਹੈ। ਕਈ ਲੋਕ ਕਹਿੰਦੇ ਨੇ ਜੀ ਕਿ ਆੜਤੀਆ ਜਿਹੜਾ ਸਰਵਿਸ ਪ੍ਰੋਵਾਈਡ ਕਰਦਾ ਨਾ, ਮੈਨੂੰ ਲੱਗਦਾ ਕਣਕ ਸੁਕਾਉਣ ਦੀ ਸਰਵਿਸ ਪ੍ਰੋਵਾਈਡ। ਬਿਲਕੁਲ ਨਹੀਂ, ਝੂਠ ਹੈ। ਜਿਹਨੇ ਖੇਤੀ ਕੀਤੀ ਹੈ, ਜਿਹੜਾ ਖੇਤਾਂ 'ਚ ਰੁਲਿਆ, ਮਿੱਟੀ ਨਾਲ ਮਿੱਟੀ ਹੋਈ, ਜਿਹੜਾ ਭਿੰਡੀਆਂ ਨੂੰ ਮੋਢੇ ਲਾਇਆ, ਨਵਜੋਤ ਸਿੰਘ ਸਿੱਧੂ ਵਰਗੇ ਬੰਦੇ ਸਮਝ ਨਹੀਂ, ਉਹ ਜਾਣਦੇ ਆ ਵੀ ਇਹ ਸਿਸਟਮ ਕਿਵੇਂ ਚੱਲਦਾ। ਇਹ ਸਿਸਟਮ ਜਿਹੜਾ ਇਕਨੋਮਿਕ ਸਿਸਟਮ ਐਗਰੀਕਲਚਰ ਦਾ ਹੈ, ਦੇਖੋ ਐਗਰੀਕਲਚਰ ਦੀ ਰੀੜ ਦੀ ਹੱਡੀ ਕਿਸਾਨ, ਸਾਡੀ ਪਛਾਣ ਕਿਸਾਨ, ਜਗਦੀ ਜਾਨ ਕਿਸਾਨ। ਲੇਕਿਨ ਇਹ ਜਿਹੜੀ ਐਗਰੀਕਲਚਰ ਇਕਨੋਮੀ ਹੈ, ਇਹਦੀ ਰੀੜ ਦੀ ਹੱਡੀ ਆਪ ਕੀ ਹੈ? ਕੋਈ ਕਰ ਲੈ ਬੈਸ ਮੇਰੇ ਨਾਲ। ਤੁਸੀਂ ਕਰ ਦਿਓ 1 ਮਿੰਟ ਦੇ ਵਿੱਚ, ਦੇਖੋ ਤੁਸੀਂ ਨਾਲ ਦੀ ਨਾਲ ਉਹ ਖੜੇ ਆ। ਤੇ ਜਿਹੜੀ ਫਸਲ ਵੀ ਚੁੱਕਦੀ ਹੈ ਪੰਜਾਬ ਸਰਕਾਰ, ਤੁਹਾਨੂੰ ਲੱਗਦਾ ਕਿ ਉਹ ਆਪ ਹੀ ਚੁੱਕ ਲੈਂਦੇ? ਐਫਸੀਆਈ ਚੁੱਕਦੀ ਹੈ। ਸਾਰੇ ਆੜਤੀਆਂ ਨੂੰ ਕਿਹਾ ਜਾਂਦਾ, ਗੱਡੀਆਂ ਉਹ ਲਿਆਉਂਦੇ ਆ, ਟੋਚਨ ਉਹ ਪਾਉਂਦੇ ਆ, ਸਮਾਨ ਉਹ ਪਹੁੰਚਾਉਂਦੇ ਆ। ਕੌਣ ਕਹਿੰਦਾ ਭਾਈ ਵੀ ਜਿਹੜਾ ਆੜਤੀ ਹੈ ਉਹ ਇਹਦਾ ਹਿੱਸਾ ਨਹੀਂ ਹੈ? ਹੀ ਇਜ਼ ਨਾਟ ਐਂਟਵਾਈਨਡ ਵਿਦ ਦ ਸਿਸਟਮ। ਹਾਂਜੀ, ਮੈਨੂੰ ਕੋਈ ਸਮਝਾ ਦੇ। ਫਿਰ ਤੁਸੀਂ ਕਹਿੰਦੇ ਹੋ ਈਜ਼ ਆਫ ਡੂਇੰਗ ਬਿਜ਼ਨਸ। ਈਜ਼ ਆਫ ਡੂਇੰਗ ਬਿਜ਼ਨਸ ਤੇ ਇਹੀ ਹੈ ਵੀ ਗੁੱਡ ਫੇਥ ਤੇ ਕੰਮ ਚੱਲ ਰਿਹਾ। ਆੜਤੀ ਨਾਲ ਗੁੱਡ ਫੇਥ ਤੇ ਕੰਮ ਚੱਲਦਾ, ਜ਼ਬਾਨ ਦੇ ਨਾਲ ਕੰਮ ਚੱਲ ਰਿਹਾ। ਤੁਸੀਂ ਤਾਂ ਕਹਿੰਦੇ ਹੋ ਨਾ ਈਜ਼ ਆਫ ਇਟ। ਲਾ ਮੈਂ ਤੁਹਾਨੂੰ ਗਰੰਟੀ ਦਿੰਦਾ, ਤੁਸੀਂ ਕਹੋ ਜੀ ਕਾਗਜ਼ ਪੇਸ਼ ਕਰੋ। ਕਿਸੇ ਨੇ 6 ਮਹੀਨੇ ਦਾ ਕੰਟਰੈਕਟ ਕੀਤਾ, ਕਹਿੰਦੇ ਤੁਸੀਂ ਜਾ ਕੇ ਤਹਿਸੀਲਦਾਰ ਕੋਲ ਖੜਾ ਦਿਓਗੇ, ਤੁਸੀਂ ਜਾ ਕੇ ਪਟਵਾਰੀਆਂ ਦੇ ਕੋਲ ਖੜਾ ਦਿਓਗੇ, ਰਜਿਸਟਰੀ ਜਿੰਨਾ ਕੰਮ ਕਰਾਉਣਾ ਪਊ। ਕਿੰਨੇ ਕਰ ਦੇਣਗੇ ਮੈਨੂੰ ਦਿਖਾ ਦੇ। ਕਹਿੰਦੇ ਹਰਿਆਣਾ ਕਰ ਦੂ। ਮੈਂ ਦੇਖੂ 6 ਮਹੀਨਿਆਂ ਬਾਅਦ, ਸਾਲ ਬਾਅਦ ਰੌਲਾ ਕੇ ਤਾਂ ਪਤਾ ਹੈਲੀਕਾਪਟਰ ਨਹੀਂ ਉਤਰਨ ਦਿੰਦੇ। ਪਤੰਦਰਾਂ ਨੇ ਪੰਗਾ ਪਾਇਆ, 30% ਸਾਂਭ ਕੇ ਦਿਖਾਉਣਗੇ ਜੱਟਾਂ ਨੂੰ। ਇਕੱਠੇ ਨੇ ਹੁਣ ਪੰਜਾਬ ਵਾਲਿਆਂ ਨਾਲ। ਕਰ ਦੂ। अगर ये हो गया, अगर मेरी चाची ने मुछा होंगी, मैं चाचा ना कहना करके भाव 2 साल देखा, मैं देखूंगा कि कितना खुला। ये साडा जिहड़ा सिस्टम है, ये जिहड़ी कागजी कार्रवाई है, इहदे च नहीं है। मैं ਹੁਣ ਇਹ ਕਹਿੰਦੇ ਜੀ ਇਹ ਡਾਇਰੈਕਟ ਪੇਮੈਂਟ ਜਿਹੜੀ ਹੈ ਇਹਨੂੰ ਕੋਈ ਕਿੰਤੂ ਪਰੰਤੂ ਨਹੀਂ ਹੈ। ਇਹ ਤਾਂ ਸਾਰੇ ਕਹਿਣਗੇ। ਮੈਂ ਤੁਹਾਨੂੰ 3 ਡਾਇਰੈਕਟ ਪੇਮੈਂਟਾਂ ਜਿਹੜੀਆਂ ਸਰਕਾਰ ਕਰ ਰਹੀ ਹੈ ਨਾ, ਮੈਂ ਤੁਹਾਨੂੰ 3 ਦਾ ਐਗਜ਼ਾਮਪਲ ਦੇਣਾ। ਸਭ ਤੋਂ ਪਹਿਲਾਂ 7-8 ਮਹੀਨਿਆਂ ਪਹਿਲਾਂ ਜਦੋਂ ਸਾਰੇ ਸੁੱਤੇ ਪਏ ਸੀ, ਜਦੋਂ ਇਲੈਕਟ੍ਰਿਸਿਟੀ ਅਮੈਂਡਮੈਂਟ ਬਿੱਲ ਵੈਬਸਾਈਟ ਤੇ ਚੜਿਆ ਸੀਗਾ
गवर्नमेंट मीडिया की। मैं उदों 7 महीने पहला 8 महीने पहला कहा सीगा एक होर साजिश आ रही है, वो अमलीजामा चाहता हुण कहंदे जी पुछ के करांगे। ये पुछिया जी तुसीं ਜਿਹੜੇ 3 ਕਰੋੜ ਕਾਲੇ ਕਾਨੂੰਨ ਲਿਆਏ ਸੀਗੇ ਕਿਸਾਨ ਨੂੰ ਪੁੱਛਿਆ ਤੁਸੀਂ? ਕਿਸਾਨ ਨੂੰ ਭਾਗੀਦਾਰ ਜਿਹਦੇ ਫਾਇਦੇ ਲਈ ਤੁਸੀਂ ਕਰ ਰਹੇ ਜਦੋਂ ਉਹਨੂੰ ਨਹੀਂ ਪੁੱਛਦੇ ਫਿਰ ਦਾ ਕੀ ਉਹ ਹੈ? ਇਲੈਕਟ੍ਰਿਸਿਟੀ ਅਮੈਂਡਮੈਂਟ ਬਿੱਲ ਡਾਇਰੈਕਟ ਪੇਮੈਂਟ ਪਾਉਂਦਾ ਹੈ ਕਿਸਾਨ ਦੇ ਉਸ ਚ, ਲੇਕਿਨ ਸਵਾਲ ਦੋਨਾਂ ਥਾਵਾਂ ਤੇ ਇਹੀ ਹੈ ਕਿ ਉਹ ਪਹੁੰਚੂ। ਜਦੋਂ ਤੁਸੀਂ ਕਹੋਗੇ ਪੰਜਾਬ ਸਰਕਾਰ ਨੂੰ ਵੀ ਡਾਇਰੈਕਟ ਪੇਮੈਂਟ ਪਾ ਦੇਗੀ ਕਿਸਾਨ ਦੇ ਖਾਤੇ 'ਚ ਸਬਸਿਡੀ, ਪੰਜਾਬ ਸਰਕਾਰ ਕੋਲ 12,000 ਕਰੋੜ ਰੁਪਇਆ ਹੈ ਵੀ ਕਿਸਾਨ ਦੇ ਖਾਤੇ 'ਚ ਪਾ ਦੂਗੀ ਫ੍ਰੀ ਬਿਜਲੀ ਦੀ, ਉਸੇ ਵੇਲੇ ਖਤਮ ਹੋ ਜੂ 10-12,000 ਕਰੋੜ ਦੀ ਸਬਸਿਡੀ, ਉਸੇ ਵੇਲੇ ਖਤਮ। ਦੂਜੀ ਚੀਜ਼ ਬੜੇ ਧਿਆਨ ਨਾਲ ਸੁਣਿਓ, ਇਹ ਛੜਯੰਤਰ ਬਹੁਤ ਵੱਡਾ ਹੈ। ਦੂਜੀ ਚੀਜ਼ ਸਾਰੀ ਦੀ ਸਾਰੀ ਸਟੋਰੇਜ ਦੇਤੀ ਅਡਾਨੀ ਨੂੰ, ਸਾਰੀ ਦੀ ਸਾਰੀ ਰਿਟੇਲ ਦੇਤੀ ਅੰਬਾਨੀ ਨੂੰ, ਠੀਕ ਹੈ। ਉਸ ਤੋਂ ਬਾਅਦ ਕਹਿੰਦੇ ਜੀ ਅਸੀਂ ਤਾਂ ਪੀਡੀਐਸ ਸਿਸਟਮ ਖਤਮ ਕਰਾਂਗੇ, ਪੀਡੀਐਸ ਸਿਸਟਮ ਖਤਮ ਕਰਾਂਗੇ ਜਿਹੜਾ ਗਰੀਬ ਨੂੰ 3 ਰੁਪਏ ਚੌਲ 1 ਰੁਪਏ ਚੌਲ, ਅਸੀਂ ਹੁਣ ਗਰੀਬ ਨੂੰ ਉਹਦੇ ਖਾਤੇ 'ਚ ਪਾਵਾਂਗੇ ਪੈਸੇ, ਉਹਦੇ ਖਾਤੇ 'ਚ ਪਾਵਾਂਗੇ। ਬਹੁਤ ਚੰਗੀ ਗੱਲ ਹੈ ਜੀ, ਲੋਕ ਕਹਿਣਗੇ ਬੜੀ ਵਧੀਆ ਗੱਲ ਹੈ ਜੀ ਖਾਤੇ 'ਚ ਪਾਓਗੇ, ਪਰ ਤੁਸੀਂ ਮੈਨੂੰ ਇਹ ਦੱਸੋ, ਮੈਂ ਸਵਾਲ ਪੁੱਛਦਾ ਵੀ ਜਦੋਂ ਹੁਣ ਗਰੀਬ ਦੇ ਪੈਸੇ ਖਾਤੇ 'ਚ ਆ ਗਏ ਉਹ ਮਾਰਕੀਟ ਰੇਟ ਤੇ ਖਰੀਦੂਗਾ ਜਾਂ 3 ਰੁਪਏ ਕਿਲੋ ਖਰੀਦੂਗਾ? ਦਿਖਾਓ, ਦੱਸ ਦਿਓ। ਜੇ ਦੇਖੋ ਕਿ ਗਰੀਬ ਦੇ ਖਾਤੇ 'ਚ ਪੈਸੇ ਪਾਤੇ, ਉਹਦੇ ਗਰੀਬ ਦੇ ਖਾਤੇ 'ਚ ਆ ਗਏ ਪੈਸੇ, ਪਰ ਉਹ ਖਰੀਦੂਗਾ ਜਾ ਕੇ अंबानी की रिटेल तो और मार्केट रेट के उत्ते। तीजी डायरेक्ट पेमेंट आ, तीजी डायरेक्ट पेमेंट आ जिहदी तुसीं 30% लोकां नूं वांझा कर दोगे पेमेंट तो, ऐ खड़ा कर दिओ जो सड़क के उत्ते खड़े कीते, कोई रिकॉर्ड नहीं लिया सकदा उन्होंने पटवारियां दे कोल, उन्होंने फलानी थां दे उत्ते जाके खड़ा करना। तीजी चीज जिहदा कि सब तो वड्डा पैराडॉक्स ਜਿਹੜਾ ਕਿ ਤੁਹਾਡੇ ਜਿਹੜਾ ਤੁਸੀਂ ਕਹਿੰਦੇ ਹੋ ਨਾ 1 ਨੇਸ਼ਨ 1 ਮਾਰਕੀਟ, ਬੱਖੀਆਂ ਢੇੜ ਦੋ 1 ਨੇਸ਼ਨ 1 ਮਾਰਕੀਟ ਜਿਹੜੀ ਤੁਸੀਂ ਕਹਿੰਦੇ ਹੋ, ਇਹ ਤੋਂ ਵੱਡਾ ਝੂਠ ਹੈ ਹੀ ਕੋਈ। ਤੁਸੀਂ 1 ਨੇਸ਼ਨ 2 ਮਾਰਕੀਟਸ ਕ੍ਰੀਏਟ ਕਰ ਰਹੇ ਹੋ। ਪੁੱਛੋ ਕਿਦਾਂ 1 ਨੇਸ਼ਨ 2 ਮਾਰਕੀਟਸ ਤੁਸੀਂ ਕ੍ਰੀਏਟ ਕਰ ਰਹੇ ਹੋ? ਮੈਂ ਤੁਹਾਨੂੰ ਗਾਰੰਟੀ ਦੇ ਕੇ ਕਹਿਣਾ, ਜਿਹੜਾ ਤੇ ਜਾ ਕੇ ਸਰਕਾਰੀ ਮੰਡੀ ਦੇ ਵਿੱਚ ਜਾ ਕੇ ਖਰੀਦੂਗਾ ਉਹਦੇ ਲੈਂਡ ਰਿਕਾਰਡ ਵੀ ਦੇਵੇ, ਉਹਦੇ ਖਾਤਿਆਂ ਦੇ ਵਿੱਚ ਪੇਮੈਂਟ ਪਊ, ਉਹ ਜਾ ਕੇ ਪਟਵਾਰੀਆਂ ਕੋ ਖੜੇ, ਉਹ ਜਾ ਕੇ ਤਹਿਸੀਲਦਾਰਾਂ ਕੋ ਖੜੇ, ਤੇ ਜਿਹੜਾ ਪ੍ਰਾਈਵੇਟ ਸਬਜ਼ੀ ਮੰਡੀ 'ਚ ਜਾ ਕੇ ਵੇਚੂ, ਜਿਹੜਾ ਪ੍ਰਾਈਵੇਟ ਅੰਬਾਨੀ ਦੀ ਅਡਾਨੀ ਨੂੰ ਜਾ ਕੇ ਕਣਕ ਦਊ, ਜੀਰੀ ਦਊ, ਜਿਹੜਾ ਜਾ ਕੇ ਆੜ੍ਹਤੀਏ ਨੂੰ ਪ੍ਰਾਈਵੇਟ ਮੰਡੀ ਦੇ ਵਿੱਚ ਜੀਰੀ ਦਊ, ਉਹਨੂੰ ਕੋਈ ਲੋੜ ਨਹੀਂ ਹੈ, ਉਹਨੂੰ ਕੋਈ ਲੋੜ ਨਹੀਂ ਹੈ, ਉਹਨੂੰ ਨਾ ਕਾਗਜ਼ ਦਿਖਾਉਣ ਦੀ ਲੋੜ ਹੈ, ਉਹਨੂੰ ਭਾਵੇਂ ਆਨਲਾਈਨ ਪੇਮੈਂਟ ਕਰ ਦਿਓ, ਉਹਨੂੰ ਭਾਵੇਂ ਜਿਵੇਂ ਮਰਜ਼ੀ ਕੈਸ਼ 'ਚ ਪੇਮੈਂਟ ਕਰ ਦਿਓ, ਕਿ ਤੁਹਾਡੇ ਪਿਓ ਦਾ ਰਾਜ ਹੈ ਵੀ ਇੱਕ ਕਾਨੂੰਨ ਤੁਸੀਂ 2 ਤਰੀਕੇ ਨਾਲ 2 ਬੰਦਿਆਂ ਤੇ ਲਾਓਗੇ। ਇਹਦਾ ਮਤਲਬ ਯੂ ਆਰ ਪ੍ਰਮੋਟਿੰਗ ਪ੍ਰਾਈਵੇਟ ਮੰਡੀਜ਼, ਯੂ ਆਰ ਪ੍ਰਮੋਟਿੰਗ ਅੰਬਾਨੀਜ਼ ਐਂਡ ਅਡਾਨੀਜ਼, ਯੂ ਆਰ ਪ੍ਰਮੋਟਿੰਗ them। ਇਹ ਕਲੀਅਰ, ਇਹ ਸਾਫ਼। ਨਹੀਂ ਤਾਂ ਤੁਸੀਂ ਵਿਊ ਉੱਥੇ ਕਿਉਂ ਨਹੀਂ ਲਾਏ? ਜਦੋਂ ਕੋਈ ਬੰਦਾ ਪ੍ਰਾਈਵੇਟ ਮੰਡੀ 'ਚ ਸਬਜ਼ੀ ਵੇਚਣ ਜਾਂਦਾ ਨਹੀਂ ਤਾਂ ਉਹਨੂੰ ਟੈਕਸ ਲਾਦਾ, ਆਹ ਮੈਂ ਯਾਰ ਜਾ ਕੇ ਪ੍ਰਾਈਵੇਟ ਮੰਡੀ ਵਿੱਚ ਉਹ ਕਾਗਜ਼ ਦਿੰਦਾ, ਜਾਂ ਤਾਂ ਤੁਸੀਂ ਉਹਨੂੰ ਵੀ ਲਿਖਦੇ, ਉਹ ਕਾਗਜ਼ ਦਿੰਦਾ। ਜਦੋਂ ਕੋਈ ਬੰਦਾ ਅੰਬਾਨੀ ਅਡਾਨੀ ਨੂੰ ਦੇਣ ਜਾਊਗਾ ਉਹ ਕਾਗਜ਼ ਦਿੰਦਾ, ਉਹਨੂੰ ਤੁਸੀਂ ਆਨਲਾਈਨ ਪੇਮੈਂਟ ਕਰਦੇ ਹੋ। ਇਹ ਕਿੱਥੋਂ ਇਨਸਾਫ ਹੈ ਮਹਾਰਾਜ ਸੈਂਟਰ ਸਰਕਾਰ ਵਾਲਿਓ ਵੀ ਤੁਸੀਂ ਇੱਕ ਕਾਨੂੰਨ 2 ਬੰਦਿਆਂ ਲਈ ਅੱਡ-ਅੱਡ ਲਾਗੂ ਕਰ ਰਹੇ ਹੋ? ਇਹ ਹੋਇਆ ਕਦੇ ਅੱਜ ਤੱਕ? ਇਹ ਜੀ ਤੇਰੇ ਲਈ ਕਾਨੂੰਨ ਆਡਾ, ਤੇਰੇ ਲਈ ਕਾਨੂੰਨ ਆਡਾ ਤੇ ਤੇਰੇ ਲਈ ਕਾਨੂੰਨ ਆਡਾ, ਇਹ ਜਿਹਾ ਕਿਹੜਾ ਕਾਨੂੰਨ ਹੈ? ਮੈਨੂੰ ਦੱਸ ਦਿਓ, ਸੁਝਾ ਦਿਓ। It impinges on the spirit of the constitution. No discrimination on the basis of caste, color and creed। ਇਹ ਸਾਡੀ ਕਨਸਟੀਟਿਊਸ਼ਨ, ਸਾਡੇ ਫੈਡਰਲ ਸਟਰਕਚਰ ਦੇ ਉੱਤੇ ਬਹੁਤ ਵੱਡੀ ਮਾਰ ਹੈ। ਤੁਸੀਂ ਬਾਂਹ ਮਰੋੜ ਨਹੀਂ ਚਾਹੁੰਦੇ ਹੋ ਸਾਡੀ, ਤੁਸੀਂ डबल स्टैंडर्ड दिखाने हो, तो डिस्पैरिटी कॉन्स्टिट्यूशन है ना, इक्वालिटी कितनी इक्वालिटी है? तो डिस्पैरिटी कर रहे हो, शरेआम डिस्पैरिटी कर रहे हो। सेम लॉ डिफरेंट फॉर डिफरेंट पीपल। इस करके मैं
ਕੋਰ ਨਿੰਦਾ ਕਰਦਾ ਔਰ ਇਹਨੂੰ ਇੱਕ ਛੜਯੰਤਰ ਸਾਡੇ APMC ਨੂੰ ਡਿਸਮੈਂਟਲ ਕਰਨ ਦਾ, ਇੱਕ ਐਸੀ ਸਿਚੁਏਸ਼ਨ ਕ੍ਰੀਏਟ ਕਰਨ ਦਾ ਜਿਹੜੀ ਕੱਲ ਨੂੰ ਕਿਓਸ ਟੂ ਕਨਫਿਊਜ਼ਨ ਕ੍ਰੀਏਟ ਕਰ, ਭਾਈ ਲੜਾ ਦੇ। ਪੰਜਾਬ ਦੇ ਵਿੱਚ ਇੱਕ ਐਸੀ ਪਰਿਸਥਿਤੀ ਪੈਦਾ ਕਰਦੇ ਜਿਹੜੀ ਲਾਅ ਐਂਡ ਆਰਡਰ ਸਿਚੁਏਸ਼ਨ ਬਣ ਗਈ, ਫਿਰ ਤੁਹਾਨੂੰ ਹੈਂਡਲ ਮਿਲ ਜੇ, ਫਿਰ ਤੁਹਾਡੇ 4 ਲਗਾੜੇ ਉੱਠ ਕੇ ਜਿਹਨਾਂ 2 ਸੀਟਾਂ ਨਹੀਂ ਮਿਲਦੀਆਂ ਉਹ ਗਵਰਨਰ ਕੋਲ ਜਾਣ ਤੇ ਕਹਿਣ ਦੇਖੋ ਜੀ ਆ ਦੇਖੋ ਸਥਿਤੀ ਖਰਾਬ ਹੋ ਗਈ। ਜਾਓ ਨਾ ਬਿਹਾਰ ਦੇ ਵਿੱਚ ਕਹੋ ਸਥਿਤੀ ਖਰਾਬ ਹੋ ਗਈ, ਰੈਫ ਤੇ ਵੱਜਦੇ ਆ, ਧੱਕੇ ਮਾਰ ਲਿਜਾਂਦੇ ਆ ਉਹ। ਜਾਓ ਨਾ ਕੋਈ ਚੀਫ ਉੱਥੇ ਹਰਿਆਣੇ ਦੇ ਵਿੱਚ ਔਰ ਕਹੋ ਕਿ ਚੀਫ ਮਿਨਿਸਟਰ ਦਾ ਹੈਲੀਕਾਪਟਰ ਨਹੀਂ ਉਤਰਨ ਦਿੰਦੇ, ਡਿਪਟੀ ਸੀਐਮ ਨੂੰ ਪੈਰ ਨਹੀਂ ਧਰਨ ਦਿੰਦੇ, ਉੱਥੇ ਸਥਿਤੀ ਠੀਕ ਹੈ, ਆਪਣੀ ਵਾਰੀ ਆਊਂ ਹੈ। ਯੂ ਆਰ ਇਨਸਾਈਟਿੰਗ them, ਤੁਸੀਂ ਇਨਸਟੀਗੇਟ ਕਰਦੇ ਹੋ ਸਾਡੇ ਕਿਸਾਨ, ਤੁਸੀਂ ਉਹਨੂੰ ਪੀਸਫੁਲ ਪ੍ਰੋਟੈਸਟ ਕਰਨ ਤੋਂ ਬਹੁਤ ਜ਼ਿਆਦਾ ਉਹਦੀ ਬਾਂਹ ਮਰੋੜ ਰਹੇ। ਆਈ ਕੈਟੇਗੋਰਿਕਲੀ ਡਿਕਲੇਅਰ ਇਟ ਐਜ਼ ਇਕਨੋਮਿਕ ਬਲੈਕਮੇਲ। ਮੈਂ ਕਹਿੰਦਾ ਇਹ ਇਕਨੋਮਿਕ ਬਲੈਕਮੇਲ ਹੈ ਵੀ ਤੁਸੀਂ ਸਾਡੇ ਪਹਿਲਾਂ ਗੱਡੀਆਂ ਰੋਕਤੀਆਂ ਸੀ, ਤੁਸੀਂ ਸਾਡੇ ਤੇ ਪ੍ਰੈਸ਼ਰ ਪਾਉਂਦੇ। ਪੰਜਾਬੀ ਨੇ ਪੰਜਾਬੀ ਪਿਆਰ ਨਾਲ ਜਾਨ ਮੰਗੋ ਜਾਨ ਵਾਰ ਦੇਣਗੇ। ਵਾਰੀ ਹੈ ਇਹ ਉਹ ਸਟੇਟ ਹੈ ਜਿਹਨੇ ਦੇਸ਼ ਲਈ ਜਾਨਾਂ ਵਾਰੀਆਂ। ਪਰਮਵੀਰ ਚੱਕਰ ਜਿੱਤੇ 2% ਲੋਕਾਂ ਨੇ ਮੇਰੇ ਖਿਆਲ 67% ਲੋਕਾਂ ਦਾ ਪੇਟ ਭਰੇ। ਹਾਂਜੀ ਹੁਣ ਮੈਂ ਅਗਲੇ ਪੁਆਇੰਟ ਤੇ ਆਵਾਂ। ਇਹ ਹਟ ਕੇ ਹੈ ਕਿੱਥੀ ਤੋਂ ਥੋੜਾ ਜਿਹਾ ਪਰੇ ਜੁੜਿਆ ਹੋਇਆ। ਇਹ ਹੈਗਾ ਜਿਹੜੀ RBI ਦੀ ਸਾਡੀ ਕੈਸ਼ ਕ੍ਰੈਡਿਟ ਲਿਮਿਟ ਹੈ। ਇਹ ਪੁਆਇੰਟ ਨੰਬਰ 4 ਹੈ, non extension of the cash credit limit ਜਿਹੜੀ RBI ਦੀ ਹੈ ਸਾਡੇ ਤੇ 89,200 ਕਰੋੜ ਦਾ ਕਰਜ਼ਾ। ਤੁਸੀਂ ਫਿਰ ਤੁਗਲਕੀ ਫਰਮਾਨ ਜਾਰੀ ਕਰਦੇ ਹੋ ਔਰ 3 ਦਿਨ ਦੇ ਵਿੱਚ ਤੁਸੀਂ NPA ਡਿਕਲੇਅਰ ਕਰ ਦਿਓ। ਦਸ਼ਕਾਂ ਤੋਂ ਚੱਲਿਆ ਆ ਰਿਹਾ ਇੱਕ ਸਿਸਟਮ ਜਿਹਦੇ ਚ RBI ਸਾਨੂੰ ਫੈਸਿਲਿਟੇਟ ਕਰਦੀ ਸੀ। ਹਾਂਜੀ ਅਸੀਂ ਵੀ ਖਰੀਦਦੇ ਸੀ, ਉਹ ਵੀ ਖਰੀਦਦੇ ਸੀ, FCI ਉਹ ਖਰੀਦੀ। ਤੁਸੀਂ ਇੱਕੋ ਦਮ 3 ਦਿਨ ਪਹਿਲਾਂ ਤੁਸੀਂ ਇਹ ਕਹਿੰਦੇ ਹੋ ਕਿ ਜੀ 21 ਤਰੀਕ ਨੂੰ ਮਾਰਚ ਦੀ ਤੁਸੀਂ NPA ਹੋ ਗਏ, ਤੁਹਾਡਾ ਜਿਹੜਾ ਅਕਾਊਂਟ ਹੈ ਉਹ ਆਊਟ ਆਫ ਆਰਡਰ ਹੋ ਗਿਆ। ਆਈ ਕੁਐਸਚਨ ਦ ਟਾਈਮਿੰਗ। ਮੈਂ ਸਵਾਲ ਖੜੇ ਕਰਦਾ ਇਸ ਟਾਈਮਿੰਗ ਦੇ ਉੱਤੇ। ਇਹ ਹੁਣੇ ਹੀ ਕਿਉਂ ਸੁਣਿਆ ਤੁਹਾਨੂੰ? ਇਹ ਅੱਜ ਹੀ ਤੁਸੀਂ ਕਿਉਂ ਕਹਿਣਾ ਚਾਹੁੰਦੇ ਹੋ ਵੀ ਸਾਡਾ ਜਿੰਨਾ ਕਰਜ਼ਾ ਤੁਸੀਂ RBI ਮਨਾ ਕਰ ਰਿਹਾ? ਹਰ ਸੰਸਥਾ ਨੂੰ ਤੁਸੀਂ ਕਠਪੁਤਲੀ ਬਣਾ ਲਿਆ। ਆਪਦੇ ਇਸ਼ਾਰਿਆਂ ਦੇ ਉੱਤੇ ਆਪਦੇ ਸੈਲਫਿਸ਼ ਵੈਸਟਡ ਇੰਟਰਸਟ ਨੂੰ ਤੁਸੀਂ ਸਟੇਟਾਂ ਦੀ ਬਾਂਹ ਮਰੋੜਨ ਦੇ ਲਈ ਯੂਜ਼ ਕਰਦੇ ਹੋ, ਤੁਸੀਂ ਸਟੇਟਾਂ ਦੇ ਖਿਲਾਫ ਯੂਜ਼ ਕਰਦੇ ਹੋ। ਫਿਰ ਅਲਫਾਜ਼ ਕਿੰਨਾ ਖੂਬਸੂਰਤ ਯੂਜ਼ ਕਰਦੇ ਹੋ ਜਿਹੜਾ ਕਿ ਡਾਇਰੈਕਟਲੀ ਕੰਟਰਾਡਿਕਟਰੀ ਹੈ। ਤੁਸੀਂ ਸਾਡੇ ਕਿਸਾਨ ਨੂੰ ਸਜ਼ਾ ਦੇਣ ਦੇ ਲਈ ਕਰ ਰਹੇ ਹੋ ਵੀ ਉਹ ਤੁਹਾਡੇ ਖਿਲਾਫ ਖੜਾ ਹੈ। ਇਸ ਦੇਸ਼ ਦੇ ਵਿੱਚ ਪੀਸਫੁਲ ਪ੍ਰੋਟੈਸਟ ਜਿਹੜਾ ਹੈ ਉਹ ਜੁਰਮ ਹੋ ਗਿਆ। ਸੱਤਿਆਗ੍ਰਹਿ ਜਿਹੜਾ ਹੈ ਜਿਹਦੀ ਸਫਲਤਾ ਨੂੰ ਤੁਸੀਂ ਰੋਕ ਨਹੀਂ ਸਕਦੇ, ਉਹਦੀ ਬਦਨਾਮੀ ਤੁਸੀਂ ਸ਼ੁਰੂ ਕਰ। ਔਰ ਤੁਸੀਂ ਸ਼ਬਦ ਕੀ ਯੂਜ਼ ਕਰ ਰਹੇ ਹੋ? ਕੋਆਪਰੇਟਿਵ ਫੈਡਰਲਿਜ਼ਮ। ਵਾਹ, ਇਹੋ ਕਿੰਨੀ ਸੋਹਣੀ ਅੰਗਰੇਜ਼ੀ ਸਿੱਖੀ। ਅਸੀਂ ਕੀ ਅੰਗਰੇਜ਼ੀ ਸਕੂਲਾਂ ਦੇ ਪੜ੍ਹਿਆ ਮਿੱਤਰਾ? ਕਾਟ ਦਿਆਂਗੇ ਇਹਨੂੰ, ਵਾਰ ਕਰਾਂਗੇ, ਤੁਹਾਡੇ ਬੰਬ ਦੇ ਕੱਢ ਜਵਾਬ ਨਹੀਂ ਆਣੇ ਤੁਹਾਨੂੰ। ਕੋਆਪਰੇਟਿਵ ਫੈਡਰਲਿਜ਼ਮ ਤੇ ਤੁਹਾਡੇ ਨਾਲ ਬੜੀ ਕੋਆਪਰੇਸ਼ਨ ਕਰ ਰਹੇ ਹਾਂ। ਹਾਂਜੀ ਤੁਹਾਡਾ ਅਕਾਊਂਟ ਬੰਦ ਕਰ ਰਹੇ ਹਾਂ, ਤੁਹਾਨੂੰ NPA ਡਿਕਲੇਅਰ ਕਰ ਰਹੇ ਹਾਂ, ਤੁਹਾਡਾ ਅਕਾਊਂਟ ਆਊਟ ਆਫ ਆਰਡਰ ਕਰ ਰਹੇ ਹਾਂ, ਫਿਰ ਕਹਿ ਰਹੇ ਹਾਂ ਵੀ ਤੁਹਾਨੂੰ ਤੁਹਾਡੇ ਤੇ ਆਸਾਨ ਕਰ ਰਹੇ ਹਾਂ। ਮੈਂ ਪੁੱਛਦਾ ਗੋਇਲ ਸਾਹਿਬ, ਆਵੇ ਛਾਤੀ ਚੌੜੀ ਕਰਕੇ ਡੰਕੇ ਦੀ ਚੋਟ ਤੇ ਪੁੱਛਦਾ ਯੂ ਆਰ ਦੀ ਫੇਸ। ਤੁਸੀਂ ਹੱਥਾਂ ਤੇ ਬੈਠਦੇ ਹੋ, ਜਿੱਥੇ ਐਗਰੀਕਲਚਰ ਮਿਨਿਸਟਰ ਵੀ ਬੈਠਦਾ ਉੱਥੇ ਵੀ ਤੁਸੀਂ ਨਾਲ ਬੈਠ। ਮੈਂ ਜਾਣਦਾ ਚਾਰਟਰ ਅਕਾਊਂਟੈਂਟ ਮੇਰੇ ਵਧੀਆ ਦੋਸਤ, ਮੈਨੂੰ ਪਿਆਰ ਹੈ, ਪਰ ਇੱਥੇ ਸਵਾਲ ਪੰਜਾਬ ਦਾ ਮੈਂ ਪੁੱਛਦਾ ਔਰ ਮੈਂ ਸਵਾਲ ਕਰਦਾ ਕਿ ਇਹ ਜਿਹੜਾ ਕੋਆਪਰੇਟਿਵ ਫੈਡਰਲਿਜ਼ਮ ਹੈ ਤਾਂ ਠੀਕ ਹੈ, ਤੁਹਾਨੂੰ ਕਿਸਾਨ, ਮਜ਼ਦੂਰ
और जिन्ने भी साडे छोटे किसान ने उन्हां दी उदों याद नहीं आई, उन्हां दी उदों याद नहीं आई जदों तुसीं अंबानी नूं पैसे छड्डदे हो, जदों तुसीं NPA वड्डे वड्डे कॉरपोरेट्स ते तुसीं छड्डदे हो, जदों अंबानी और अडानी ने कर्जा मोड़ना होंदा है तो तुसीं कहते हो 5 साल नहीं, अंबानी साहब बड़े बड़े कारपोरेटर कहते 5 साल ही मारे 25 साल पूरे। वाह, देखो वितकरे देखो, कदे एक किसी किसान नूं, किसी एक छोटे व्यापारी नूं, किसी एक बंदे नूं ये कहा कदे भी 5 साल ना मोड़ी, तू 7 च मोड़ दी, तू 10 च मोड़ दी, मैं कहना 10 ही कर दो। तुसीं उन्हां लई स्कीम लिआने हो 5x25 नहीं मोड़ते, कोई गल नहीं, 25 मोड़े। सुप्रीम कोर्ट कहना अंबानी दी 3 कंपनियां की कुर्की करो, हाँ जी, उन्होंने 3 कंपनियां का जवाब नहीं बनाओ, इनू NPA डिक्लेयर करो, तुम चौथी खड़ी कर दो, तुम चौथी खड़ी करके पैसे पा के DRDO मार देने हो, हाल नूं मार देने और तुसीं उहनूं प्रफुल्लित रखो। ये थोड़ा NPA का रूल है। NPA का रूल थोनों एक स्टेट ते देखदा जिन्हें कोई अपने स्वार्थ लिए नहीं, जे कल खरीदी मैं मन सकदा कि किसी अफसर की गलती होवे, मैं मन सकदा कि किसी सरकार की भी गलती होवे, कर्जा नहीं चढ़ना चाहिए सी, मैं मन सकदा भी 32 हज़ार करोड़ रुपया लोग एक दिन च चढ़ा गए, मैं मन सकदा ये गल, पर तुसीं किसी अफसर की सजा तुसीं गरीब नूं दोगे, तुसीं गरीब किसान नूं दोगे। मैं मनदा ना कोआपरेटिव फैडरलिज्म, जे गोयल साहब तुसीं कहंदे 10-10 साल दे विच असीं तुहानूं 10-10 हज़ार करोड़ रुपये देंगे, 10 आ लो 10 अगले साल तुहानूं 10 हज़ार करोड़ रुपये देंगे, ते तुसीं एक झोने दे कणक दे विचों निकल के डाइवर्सिफिकेशन करो, मैं मनदा ना फिर कोआपरेटिव फैडरलिज्म है, ये किहड़ा कोआपरेटिव फैडरलिज्म है? ये लॉलीपॉप जिहड़े ने ना, ये लॉलीपॉप तुसीं कि दिल्ली वाले जरूर दे लिओ, पंजाब का किसान समझदा है, ਅਸੀਂ ਮਿੱਟੀ ਨਾਲ ਮਿੱਟੀ ਹੋਣ ਵਾਲੇ ਬੰਦੇ ਅਸੀਂ ਸਮਝਦੇ ਆ ਇਸ ਗੱਲ, ਇਸ ਕਰਕੇ ਤੂੰ ਇਹ ਸਾਨੂੰ ਲੌਲੀਪੌਪ ਨਾ ਦਿਓ, ਕਿਸੇ ਨੇ ਨਹੀਂ ਤੁਹਾਡੇ ਇਸ ਗੇਮ ਚ ਆਉਣਾ ਔਰ ਕਿਸੇ ਨੇ ਵੰਡਿਆ ਨਹੀਂ ਜਾਣਾ। ਅਸੀਂ ਗੁਰੂਆਂ ਦੇ ਨਾਂ ਜਿਉਂਦੇ ਆ, ਅਸੀਂ ਇਕੱਠੇ ਹੋ ਕੇ ਜੀਆਂ। ਤੁਸੀਂ ਪੰਜਾਬ ਦੇ ਹਾਲਾਤ ਖਰਾਬ ਕਰਨੇ ਚਾਹੁੰਦੇ, ਮੈਂ ਕਹਿੰਦਾ ਠੋਕ ਕੇ। ਤੁਸੀਂ ਸਾਨੂੰ ਵੰਡਣਾ ਚਾਹੁੰਦੇ ਹੋ, ਮੈਂ ਕਹਿੰਦਾ ਠੋਕ ਕੇ। ਤੁਸੀਂ ਸਾਡਾ APMC ਮੰਡੀ ਸਿਸਟਮ ਖਤਮ ਕਰਨਾ ਚਾਹੁੰਦੇ ਹੋ, ਤੁਸੀਂ ਲੱਖਾਂ लोग बेरोजगार करना चाहते, तो कंफ्यूजन क्रिएट करना चाहते। तां ही मैं कहना कि इस मोहताजी चों निकली आपां, मैं कितनी बार कह चुकिया, हल दे चुकिया और 20 बार दोहरा चुकिया, एक बार फिर दोहरा देना कि पंजाब सरकार इकट्ठी होकर अज 1,90,000 करोड़ की लिमिट है। पंजाब सरकार किसान यूनियन के नाल इकट्ठी होकर सारे रल मिल के बगैर एक दूजे के उंगला चके, बगैर एक दूजे के तोहता कसे एक इकनॉमिक मॉडल खड़ा करिए भाई, एक आर्थिक मॉडल खड़ा करिए। जब तक असी आर्थिक मॉडल खड़ा नहीं करते ये साडियां बाहां मरोड़दे रहने। ते मैं तुहानूं कहना कि जे तुसीं एंडिंग कर रहे हैं कि जे तुसीं कोआपरेटिव फैडरलिज्म की गल करते हो तो तुसीं किसान के लिए, मजदूर के लिए सोशल जस्टिस की गल करते हो। मैं कहना सोशल जस्टिस की गल, इक्वालिटी की गल करते हो, तुसीं डिस्पैरिटी की गल, तुसीं अन्याय कर रहे हो। तुसीं साडा पीस जिहड़ा हैगा वो जार करना चाहते हो, बहाने बनाने हो, लॉ एंड ऑर्डर सिचुएशन पैदा करना चाहते, साडी आर्थिक व्यवस्था अस्त व्यस्त। आई रेस्ट माई केस। ये 4 पॉइंटां ते कोई आ जाए माई दा लाल ते गल करे। चिट्ठियां लिखना कोई नहीं होता मित्रा, नीयत साफ चाहिए है। सियासत है ना जी, सच्चाई को देखने नहीं देती, ये सच्चाई को समझ नहीं गहरी है ना, किते आईना नहीं देखता, किते चेहरा नहीं देखता, ये वार करते हैं लुक छिप के, गुड़ दे के मार के, नाले कही जाते हैं
कहते कुछ ने करते कुछ। कोट के कोट कहते मैं मैदान च उतरू आया लो इंच पिछे नहीं हटना। आई विल नॉट फ्लिंच नॉट बैक एन इंच। 100 बार 1000 बार सोचना ता निर्णय लेना। ਜਿਹੜਾ निर्णय लेना वो पिछे नहीं हटिया। कोई बंदा कह दे सिद्धू साहब आ तू 10 साल पहला क्या अज मुकर गया कोई कह सीएम साहब ने कल चिट्ठी लिखी है लिखी देखो जी उन्होंने लिखी है वो आपका वो है। मैं जी गल कह रहा इसका जवाब दे दे कोई जवाब मैं नहीं ना टुटदा। मैं फिर कह रहा सानू अपने पैरों ते खड़ा होना पऊ। मेरा राह अड्ड है। मेरा राह अड्ड है। मैं मौता जी के खिलाफ हाँ। मैं कब्जे के भी खिलाफ हाँ। मैं राह दिते मैं राह तो पिछे नहीं हटिया। ते तुसीं याद रखियो मेरी गल देर आवे सवेर आवे राह उही चुनना पैना। दूआ राह एक मिनट खड़ दूआ राह नहीं है। दूआ राह नहीं है। मैंने दस दो बगैर इनकम की इनकम कितों आनी मैं दस चुकिया। कोई नवी गल नहीं है मैं कोई नवी गल्लां कर लिया पुरानियां ने। सिद्धू साहब जिस तरह तुसीं कही है गल कि चिट्ठी पत्तर मसले का हल नहीं है कि जिवें सीएम साहब ने नहीं ये गल नहीं मैं कही तू यार देख करना बड़ा पुराना पापी है क्यों करता मैं रब को बख्शिश मंगदा तू मेरे शब्द ना पा मित्रा। गल समझ बड़ी सिंपल जी गल है। मैं इन्हां दी जिहड़ी साजिश है उजारदार तार की जवाब दें देने जवाब कि कोऑपरेटिव फेडरलिज्म की गल करते हैं मैं वो तोड़ता। ये गल करते साडे लैंड रिकॉर्डां दे विच सब कुछ पता है मैं वो तोड़ता। 30% बंदे को पेमेंट नहीं मिलनी। तुम देख रहे तुम खड़े कर दो उन्होंने खरीदार ने की है मैं की है भी भाई तुम अंबानिया के लिए रूल अड रखते हो साडे लिए रूल अड रखते हो। तुम वन नेशन वन मार्केट के नाम के उत्ते 3 कानून लैंदे थोड़े कानूनां दा ही मैं जड़ तो पट देना। इन्हां दी जिहड़ी आत्मा है उन्होंने खेड़ देना। शरीर कित्थे रहेगा। तुसीं वन नेशन 2 मार्केट्स क्रिएट कर 2 मार्केट्स प्राइवेट प्लेयरां नूं हेल्प कर रहे हो ठीक है जी ते तुसीं सरकारी मंडी मार रहे हो। सिद्धू साहब कानूनी तौर पर फाइट करोगे। मैं क्या देखो मेरी गल नूं सुनो मैं ते पहले दिन दा कहना भी ये कानूनी लीगल मैं तो पहले तुसीं देखो विधान सभा सैशन सी ठीक है मैं उत्थे ठोक के क्या करी कि ये कानून इलीगल ने इराशनल ने रिजेक्ट करो इन्हूं। कई सूबे नहीं मनते असीं नहीं मन्ने कावेरी रिवर वाटर्स दे विच स्टेट नहीं मन्ने असीं SYL ਵੇਲੇ नहीं मन्ने हाँ जी जिहड़ा हैगा NRCC जिहड़ा हैगा CA जिहड़ा हैगा इहनूं किहड़ा स्टेट मन्ने ने। ਉਹ ਯਾਰ ਸਾਡੀ ਹੋਂਦ ਦੀ ਖਤਮ ਕਰ ਦਿਓਗੇ ਤੁਸੀਂ ਸਾਡੀ ਪੱਗ ਨੂੰ ਹੱਥ ਪਾਓਗੇ ਤੇ ਪੰਜਾਬੀ ਦੱਸਦਾ ਇਹ ਨਜ਼ਰਾਂ ਨਹੀਂ ਜਿਹੜੀਆਂ ਚੁੱਕਣ ਵਾਸਤੇ ਸੁਣ ਲਾ ਮਿੱਤਰਾ ਇਹ ਨਜ਼ਰਾਂ ਨਹੀਂ ਬਣੀਆਂ ਚੁੱਕਣ ਵਾਸਤੇ ਇਹ ਕਰਦੇ ਆ ਇਹ ਬਣੀਆਂ ਨੇ ਸ਼ਹੀਦੀਆਂ ਤੇ ਖੁਮਾਰੀਆਂ ਦੇ ਲਈ ਦੋ ਕੰਮਾਂ ਵਾਸਤੇ ਸਾਡੇ ਸਿਰ ਬਣੇ ਜਾਂ ਆਰੀਆਂ ਦੇ ਲਈ ਤੇ ਜਾਂ ਸਰਦਾਰੀ ਝੁਕਦੇ ਨਹੀਂ। Everybody question is what are you doing? I understand the press conferences and you taking up the matter in the Vidhan Sabha. But otherwise as a political leader who has a say in the country, you are a known face. What else are you doing to take it up, bring it up with the center? You're saying that he's your friend. Have you written to him or you will be writing to him? Once the Chief Minister writes to the Prime Minister, you have to write. But there are certain things, there are certain other things that I have to say. They will expose them. I am assisting this great state in every which way. Kisan Morcha, in every which way. Without expecting anything in return. ਤੁਸੀਂ ਕੱਲ ਇੱਕ ਟਵੀਟ ਕੀਤਾ ਕਿ ਸਿਆਸਤ को लहू पीने की लत है वरना मुल्क में सब खैरियत है। ਇਹ ਸਿਰਫ ਇੱਕ ਪਾਰਟੀ ਲਈ ਹੈ ਜਾਂ ਜੋ ਤੁਹਾਡਾ ਐਕਸਪੀਰੀਅੰਸ ਹੈ ਉਸ ਬਿਹਾਫ ਤੇ ਤੁਸੀਂ ਇਹ ਤੂੰ ਜਾਣੀ ਜਾਣ ਸਾਡੇ ਨਾਲ ਜਾਣੀ ਜਾਣ ਤੂੰ ਇਹ ਪੁੱਛਦਾ ਮੈਨੂੰ ਟਵੀਟ ਤੁਹਾਡਾ ਨਹੀਂ ਮਿੱਤਰਾ ਟਵੀਟ ਮੇਰਾ ਕਿ ਤੂੰ ਮੈਂ ਤਾਂ ਨਹੀਂ ਕਹਿ ਮੈਂ ਐਕਸਪਲੇਨ ਕਰ ਠੀਕ ਹੈ ਨਾ ਸਿੱਧੋ ਬੜੇ ਮੈਂ ਕਹਤਾ ਜਿਹੜੇ ਸਮਝਣਾ ਸਮਝ ਜਾਂਦੇ ਤੂੰ ਜੋ ਮੇਰੇ ਤੋਂ ਕਹਾਉਣਾ ਜਾਣਾ ਨਹੀਂ ਕਹਿੰਦਾ ਨਹੀਂ ਮੈਦਾਨ ਚ ਆ ਰਹੇ ਮੈਂ ਕਿਹਾ ਮੈਦਾਨ ਚ ਆਉਂਗਾ ਤੈਨੂੰ ਦੱਸ ਕੇ ਥੋੜਾ ਨਾ ਆਉਂਗਾ ਮੈਂ ਵੀਡੀਓ ਦੱਸ ਕੇ ਥੋੜਾ ਨਾ ਆਉਂਗਾ ਮੈਦਾਨ ਚ ਆ ਮਿੱਤਰਾ ਜਦੋਂ ਤੁਸੀਂ ਗੁਪਤ ਵਿਚਾਰ ਪ੍ਰਗਟ ਕਰਦੇ ਹੋ ਨਾ ਉੱਥੇ ਹੀ ਖਤਮ ਹੋ ਜਾਂਦਾ
200 ਬੰਦੇ ਨਿਕਲ ਜਾਣਗੇ ਐਂ ਕਰ ਸਿੱਧੂ ਸਾਹਿਬ ਪਰ ਪੰਜਾਬ ਦੇ ਲੋਕ ਲੋਕ ਬੜੇ ਸੰਗੀਨ ਆਰੋਪ ਲਾਏ ਆ ਕੇਂਦਰ ਸਰਕਾਰ ਨੇ ਬਾਰਡਰ ਤੇ ਬੈਠੇ ਕਿਸਾਨਾਂ ਦੇ ਉੱਤੇ ਕਿ ਬਲੂਆ ਮਜ਼ਦੂਰਾਂ ਦੀ ਤਰ੍ਹਾਂ ਯੂਪੀ ਬਿਹਾਰ ਦੇ ਜਿਹੜੇ ਮਜ਼ਦੂਰ ਹੈਗੇ ਉਹਨਾਂ ਤੋਂ ਕੰਮ ਕਰਾਇਆ ਜਾਂਦਾ ਨਸ਼ੇੜੀ ਬਣਾਇਆ ਜਾਂਦਾ ਹਿਊਮਨ ਰਾਈਟ ਹੈ ਖਾਸ ਹਿਊਮਨ ਰਾਈਟ ਹੈ ਨਾ ਯਾਰ ਹਿਊਮਨ ਰਾਈਟ ਵਾਇਲੇਸ਼ਨ ਕਹਿ ਰਿਹਾ ਹੈ ਤਾਂ ਮੈਂ ਪੁੱਛਣਾ ਕੋਵਿਡ ਹੋਇਆ ਸੀ ਕੋਵਿਡ ਲੱਖਾਂ ਕਰੋੜਾਂ ਮਜ਼ਦੂਰ ਹਜ਼ਾਰਾਂ ਮੀਲ ਤੋਰੇ ਤੁਸੀਂ ਨੰਗੇ ਪੈ ਬਿਲਕ ਕੇ ਬਰੇ ਪਹਿਲਾਂ ਉਹਦਾ ਜਵਾਬ ਦੇ ਹਿਊਮਨ ਰਾਈਟ ਸੀ ਕਿ ਨਹੀਂ ਸੀ ਜਾ ਦੇ ਜਵਾਬ ਮੈਂ ਉਹਨਾਂ ਜਿੱਤ ਕਹਿੰਦਾ ਉਹ ਹਿਊਮਨ ਰਾਈਟ ਵਾਲੇ ਨਹੀਂ ਨੰਗੇ ਪੈਰ ਤੋਰੇ ਤੁਸੀਂ ਤੁਹਾਨੂੰ ਸ਼ਰਮ ਨਾ ਆਈ ਹੈ ਗਰੀਬ ਬੇਆਬਰੂ ਕੀਤਾ ਤੁਸੀਂ ਕਿਹਨੂੰ ਸਨਮਾਨ ਦਿੰਦੇ ਹੋ ਕਿਹਨੂੰ ਜੱਫੀਆਂ ਪਾਉਂਦੇ ਹੋ ਤੁਸੀਂ ਕਿਹਨੂੰ ਖੜ ਕੇ ਵੈਲਕਮ ਕਰਦੇ ਹੋ ਕਿਹਦੇ ਜੋ 300 ਕਿਸਾਨ ਸ਼ਹੀਦ ਹੋ ਗਿਆ ਇੱਕ ਸ਼ਬਦ ਬੋਲੇ ਤੇ ਕਹੇ ਅਮੀਰ ਦੇ ਜਵਾਕ ਜੰਮਦਾ ਤਾਂ ਕੌਣ ਪਹੁੰਚਦਾ ਉੱਥੇ ਤੈਨੂੰ ਪਤਾ ਨਹੀਂ ਮਿੱਤਰਾ ਹਿਊਮਨ ਰਾਈਟ ਵਾਇਲੇਸ਼ਨ ਦੀ ਗੱਲ ਕਰਦੇ ਤੁਸੀਂ ਹੋਏ ਸ਼ਰਮ ਕਰੋ ਲੱਖਾਂ ਕਿਸਾਨ ਤੁਸੀਂ ਲੱਖਾਂ ਗਰੀਬ ਤੋਰਿਆ ਪਰ ਖੂਨੋ ਖੂਨ ਸੜਕਾਂ ਦੇ ਉੱਤੇ ਜਵਾਕ ਪੈਦਾ ਹੋਏ ਸੜਕਾਂ ਦੇ ਉੱਤੇ ਮਰੇ ਗੱਡੀਆਂ ਥੱਲੇ ਆ ਲੋਕ ਮਰੇ ਹੈ ਕਾਹਦੇ ਪਿੱਛੇ ਜ਼ਲੀਲ ਕੀਤੇ ਤੁਸੀਂ ਵੀ ਗੱਲ ਕਰਦੇ ਹੋ ਬਟ ਵਾਟ ਅਬਾਊਟ ਦ ਇੰਸਟੀਟਿਊਸ਼ਨਸ ਤੁਸੀਂ ਹੁਣੇ ਕਿਹਾ ਕਿ ਜਿਹੜੇ ਇੰਸਟੀਟਿਊਸ਼ਨ ਦਾ ਆਰਬੀਆਈ ਐਂਡ ਅਦਰਸ ਉਹਨਾਂ ਨੂੰ ਇਹ ਮਿਸਯੂਜ਼ ਕਰ ਰਹੇ ਆਮ ਪੁਲਿਸ ਕਰ ਰਹੇ ਚਲੋ ਬਾਕੀ ਉਹ ਵੀ ਕਰ ਰਹੇ ਹੈ ਸੀਬੀਆਈ ਤੇ ਏਜੰਸੀਜ਼ ਨੂੰ ਵੀ ਕਰ ਰਹੇ ਹੈ ਤੁਹਾਨੂੰ when we talk about ਪੰਜਾਬ ਨਾਲ ਜਦੋਂ ਤੁਸੀਂ ਕਰਦੇ ਆ ਯੂ ਥਿੰਕ ਦੈਟ ਇਹਨੂੰ ਸਟਰੋਂਗਲੀ ਨਹੀਂ ਲਿਖਿਆ ਜਾ ਰਿਹਾ ਜਦੋਂ ਆਪਾਂ ਉਹਨਾਂ ਨੂੰ ਲਿਖਦੇ ਆ ਆਪਾਂ ਤਾਂ ਚਿੱਠੀਆਂ ਲਿਖ ਰਹੇ ਹਾਂ ਉਹਨਾਂ ਨੂੰ ਛੋਟੇ ਭਾਈ ਜਿਹੜਾ ਇਹ ਮੁੱਦਾ ਹੈ ਨਾ ਆਪਾਂ ਇਹਦੇ ਫੋਕਸ ਜੇ ਮੈਂ ਉਹਦੇ ਪੁੱਤਰ ਨੂੰ ਬੋਲਿਆ ਨਾ ਹੈਡਲਾਈਨ ਕੋਈ ਉਹ ਨਹੀਂ ਲੱਗ ਮੈਂ ਨਹੀਂ ਚਾਹਦਾ ਦੇਖੋ ਗੱਲ ਸੁਣ ਮੈਂ ਯਾਦ ਯਾਰ ਇੰਨਾ ਸਿਆਣਾ ਪਤਾ ਨਹੀਂ ਇੰਨਾ ਪੜਿਆ ਲਿਖਿਆ ਮੈਂ ਤਾਂ ਇੰਨਾ ਭਰੋਸਾ ਤੇ ਮੈਂ ਤੇਰੇ ਲੇਖ ਪੜਦਾ ਜ਼ਬਰਦਸਤ ਲੇਖ ਤੈਨੂੰ ਪਤਾ ਨਹੀਂ ਭਰਾ ਕਿ ਕਿਹੜੀਆਂ ਤੈਨੂੰ ਪਤਾ ਨਹੀਂ ਕਿ ਕਿਹੜੇ ਜੱਜ ਬੈਠ ਕੇ ਪ੍ਰੈਸ ਕਾਨਫਰੰਸ ਕਰਦੇ ਕੀ ਹੈ ਸਭ ਪਤਾ ਮਿੱਤਰਾ ਜਿਵੇਂ ਮੇਰੇ ਮੂੰਹ ਤੋਂ ਬਣਾਉਣਾ ਮੈਂ ਤੇ ਆ ਕੱਢ ਲਿਆ ਯਾਰ ਤੂੰ ਇਹਨੂੰ ਲਾ ਸਿੱਧੇ ਸਾਹਮਣੇ ਤੁਸੀਂ ਕਹਿ ਰਹੇ ਹੋ ਵੀ ਸਰਕਾਰ ਤੇ ਕਿਸਾਨਾਂ ਨੂੰ ਜਿਹੜਾ ਰਲ ਕੇ ਕੁਝ ਕਰਨਾ ਚਾਹੀਦਾ ਹੈ ਕਮੇਟੀ ਕਰਨੀ ਚਾਹੀਦੀ ਤੁਸੀਂ ਆਪਣੀ ਪੰਜਾਬ ਸਰਕਾਰ ਦੀ ਗੱਲ ਕੀਤੀ ਤੁਸੀਂ ਉਹਨਾਂ ਨਾਲ ਗੱਲ ਕੀਤੀ ਇਸ ਤਰ੍ਹਾਂ ਮੈਂ ਗੱਲ ਵੀ ਕੀਤੀ ਹੈ ਸਮਝਿਆ ਨਹੀਂ ਮੈਂ ਵਿਧਾਨ ਸਭਾ ਦੇ ਵਿੱਚ ਬੋਲਿਆ ਵੀ ਹਾਂ ਠੀਕ ਹੈ ਜੀ ਕੀ ਰਿਸਪੌਂਸ ਸੀਗਾ ਜੀ ਦੇਖੋ ਤੁਹਾਡੇ ਸਾਹਮਣੇ ਇਹ ਰਿਸਪੌਂਸ ਉਹ ਥੋੜਾ ਜਿਹਾ ਚੱਲਿਆ ਫਿਰ ਉਦੋਂ ਬਾਅਦ ਕਿਉਂ ਜੁਟ ਗਿਆ ਥੋੜਾ ਚੱਲਿਆ ਬਾਕੀ ਦੂਜੀ ਚੀਜ਼ ਜਿਹੜੀ ਸੀ ਮੈਂ ਅੰਦਰ ਬੋਲਣਾ ਨਹੀਂ ਪਰ ਉਹ ਪਾਰਟੀ ਦਾ ਉਹ ਹੁੰਦਾ ਨਹੀਂ ਹੁੰਦਾ ਮੈਂ ਪਾਰਟੀ ਦਾ ਇੱਕ ਵਫਾਦਾਰ ਸਿਪਾਹੀ ਹਾਂ ਤੇ ਉੱਥੇ ਉਹਨਾਂ ਨੇ ਤੈਅ ਕੀਤਾ ਕਿ ਫਲਾਣੇ ਬੋਲਣਗੇ ਅਸੀਂ ਉੱਥੇ ਪੂਰਾ ਜਿੱਥੇ ਸਾਡੀ ਵਾਰੀ ਹੈ ਟਿਕਾ ਕੇ ਬੋਲੇ ਟੀਵੀਆਂ ਮਸ਼ੀਨਾਂ ਤੇ ਬੋਲੇ ਹੋਰਾਂ ਤੇ ਬੋਲੇ ਹਰ ਚੀਜ਼ ਤੇ ਬੋਲੇ ਠੋਕ ਕੇ ਬੋਲੇ ਡਿਸਪਲਿਨ ਤੇ ਬੋਲੇ ਲਾਈਵ ਟੈਲੀਕਾਸਟ ਤੇ ਬੋਲੇ ਲੇਕਿਨ ਜਿਹੜੀ ਗੱਲ ਮੈਂ ਕਰਨੀ ਸੀ ਤੁਹਾਡੇ ਸਾਹਮਣੇ ਰੱਖੀ ਬਾਹਰ ਆ ਕੇ ਰੱਖੀ ਤੁਹਾਨੂੰ ਇਹ ਦੱਸਿਆ ਵੀ ਇਹਨਾਂ ਕਾਨੂੰਨਾਂ ਦੀ ਇਲੀਗੈਲਿਟੀ ਕੀ ਹੈ ਤੁਹਾਨੂੰ ਇਹ ਦੱਸਿਆ ਵੀ ਕਿਉਂ ਰੱਦ ਹੋਣੇ ਚਾਹੀਦੇ ਤੁਹਾਨੂੰ ਇਹ ਦੱਸਿਆ ਵੀ ਵੇ ਫਾਰਵਰਡ ਕੀ ਹੈ ਕੋਈ ਵੀਡੀਓ ਚੁੱਕ ਲਓ ਤੇ ਕਿਸੇ ਨੇ ਉਹ ਰਾਹ ਦੱਸਿਆ ਹੁਣ ਤਾਂ ਮੈਨੂੰ ਦੱਸ ਦਿਓ ਤੇ ਜੇ ਮੇਰੇ ਤੋਂ ਬਿਹਤਰ ਕਿਸੇ ਦਾ ਰਾਹ ਹੋਵੇ ਮੈਂ ਉਹਦੇ ਮਗਰ ਤੁਰੂ ਜੇ ਨਾ ਤੁਰਾਂ ਤੇ ਜੱਟ ਨਾ ਕਹੀਓ ਨਾ ਕਹੀਓ ਮੈਨੂੰ ਨਵਜੋਤ ਸਿੰਘ ਤੂੰ ਮੈਂ ਤੁਹਾਨੂੰ ਫਿਰ ਪਹਿਲਾਂ ਜਦੋਂ ਕਰਤਾਰਪੁਰ ਸਾਹਿਬ ਦਾ ਉਹ ਖੁੱਲਿਆ ਤੇ ਮੇਰੇ ਤੇ ਉਂਗਲਾਂ ਚੱਕੀਆਂ ਮੈਂ ਕਹਿ ਕੇ ਕਹਿੰਦੇ ਮੈਂ ਪੋਲਿਟਿਕਸ ਕੀਤੀ ਨਹੀਂ ਕਿਉਂਕਿ ਉਹ ਗੁਰੂ ਦਾ ਆਦੇਸ਼ ਸੀ ਡਾਕੀਆ ਬਣਾਇਆ ਉਹਨੇ ਇਹ ਤੋਂ ਵੱਡਾ ਸਨਮਾਨ ਸਾਡੇ ਸਾਡੀ ਕੀ ਪੁੱਛਣਾ ਸੀ ਤੇ ਫਿਰ ਮੈਂ ਉਦੋਂ ਵੀ ਕਿਹਾ ਸੀ ਜਿਹੜੇ ਮੇਰੇ ਤੇ ਉਂਗਲਾਂ ਚੱਕਦੇ ਉਹ ਖੁਲਾਉਣ ਮੈਂ ਉਹਨਾਂ ਦੇ ਪਿੱਛੇ ਤੋਂ ਉਹਨਾਂ ਦੇ ਪੈਰ ਤੋਂ ਨੀਵਾਂ ਹੋ ਕੇ ਉਹਨਾਂ ਦੇ ਮਗਰ ਤੁਰੂ ਜੇ ਨਾ ਤੁਰਾਂ ਤਾਂ ਜੁਮਾ ਦੇਖੋ ਇਹ ਸਵਾਲ 5 ਕਰੋੜ ਪੰਜਾਬੀਆਂ ਦੀ ਹੋਂਦ ਦਾ ਹੈ ਸਵਾਲ ਇਰਰਿਪੇਅਰੇਬਲ ਡੈਮੇਜ ਦਾ ਹੈ ਸਵਾਲ ਸਾਡੀ ਅਗਲੀ ਜਨਰੇਸ਼ਨ ਦਾ ਜੇ ਅੱਜ ਨਹੀਂ ਲੜੇ ਤੇ ਫਿਰ ਮੇਰੀ ਗੱਲ ਨੂੰ ਸੁਣ ਲੈ ਫਿਰ ਕਾਹਦੀ ਪੋਲਿਟਿਕਸ ਕਰਨੀ ਸਿੱਧੂ ਸਾਹਿਬ ਮਾਡਲ ਦੀ ਸਮੱਸਿਆ ਹੈਗੀ ਜਿਹੜੇ ਕ੍ਰਾਈਸਿਸ ਦੇ ਸਾਰੇ ਸੈਂਟਰ ਸਟੇਟ ਰਿਲੇਸ਼ਨ ਦੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਜਾਂ ਵੈਸੇ ਇੱਕ ਮਾਡਲ ਦੀ ਗੱਲ ਵੀ ਹੈ ਕਿ ਮਾਡਲ ਚਾਹੀਦਾ ਹੈ ਉਹ ਮਾਡਲ ਦੀ ਗਵਾਹੀ ਕੌਣ ਕਰੂਗਾ ਤੁਹਾਨੂੰ ਲੱਗਦਾ ਇਸ ਟਾਈਮ ਪੰਜਾਬ ਇੱਕ ਵਿਜ਼ਨਰੀ ਉਸ ਤਰ੍ਹਾਂ ਦਾ ਮਤਲਬ ਕੌਣ ਗਵਾਹੀ ਕਰੂਗਾ ਕਿ ਅਸੀਂ ਚਾਰੋਂ ਗਵਾਹੀ ਮੇਰੀ ਗੱਲ ਨੂੰ ਸੁਣ ਇਹਨਾਂ ਗੱਲਾਂ 'ਚ ਉਲਝਾ ਦਿੰਦੇ ਇਹ ਥੋੜੀ ਖਾਸੀਅਤ ਪਰ ਮੇਰੀ ਵੀ ਖਾਸੀਅਤ ਮੈਂ ਉਹ ਸਿਰਾ ਮੈਂ ਤੁਹਾਨੂੰ ਸਮਝਾਣਾ ਸਮਝਾ ਕੋਈ ਕਹੂ ਉਹ ਫਲਾਣਾ ਇਹ ਕੈਂਡੀਡੇਟ ਉਹ ਫਲਾਣਾ ਮੁੱਖ ਮੰਤਰੀ ਕੋਈ ਦੱਸਦਾ
ਉਹ ਕਹਿੰਦੀ ਇੰਨੀਆਂ 26 ਲੱਖ ਦੀ ਨੌਕਰੀ, ਓਏ ਇੰਨੀਆਂ ਜੀ ਕਿੱਥੋਂ ਕਿਵੇਂ ਪੁੱਛਦੇ ਆ? ਉਹਨੇ ਕਹਿੰਦੇ ਇਹ ਕਿਹਨੇ ਤੈਅ ਕਰਨਾ ਭਾਈ ਵੀ ਕਿਹਦਾ ਏਜੰਡਾ ਠੀਕ ਹੈ? ਇਹ ਕਿਹਨੇ ਤੈਅ ਕਰਨਾ? ਪੰਜਾਬ ਦੇ ਲੋਕਾਂ ਨੇ ਉਹਨੂੰ ਪੁੱਛਿਆ। ਨਵਜੋਤ ਸਿੰਘ ਸਿੱਧੂ ਨੇ ਨਹੀਂ ਤੈਅ ਕਰਨਾ। ਨਵਜੋਤ ਸਿੰਘ ਸਿੱਧੂ ਰੱਖੂਗਾ ਗੱਲ, ਮਤੇ ਦਮ ਤੱਕ ਰੱਖੂਗਾ। ਇਹ ਮਾਡਲ ਤਾਂ ਪੰਜਾਬ ਸਰਕਾਰ ਦਿੰਦੀ ਹੈ ਕਿ ਅਸੀਂ ਇਹਦੀਆਂ ਨੌਕਰੀਆਂ। ਮੈਂ ਕਿਹਾ ਮੇਰੀ ਗੱਲ ਸੁਣੋ, ਪੰਜਾਬ ਸਰਕਾਰ ਜੋ ਕੁਝ ਵੀ ਕਹਿੰਦੀ ਹੈ ਉਹਦਾ ਫੈਸਲਾ ਮੈਂ ਕਰੂੰ। ਤੁਹਾਨੂੰ ਕੀ ਲੱਗਦਾ? ਉਹਦਾ ਠਹਿਰ ਇਹਨਾਂ ਜਵਾਬ ਦੇ। ਉਹਦਾ ਫੈਸਲਾ ਮੈਂ ਕਰੂੰ ਮਿੱਤਰਾ ਜਾਂ ਤੁਸੀਂ ਕਰੋਗੇ? ਉਹਦਾ ਫੈਸਲਾ ਵੀ ਪੰਜਾਬ ਦੇ ਲੋਕ। ਨਹੀਂ ਸਰ, ਸਿੱਧੂ ਸਾਹਿਬ ਇਹ ਪੰਜਾਬ ਦੇ ਲੋਕ ਦੱਸਣਗੇ ਵੀ ਜੋ ਪੰਜਾਬ ਸਰਕਾਰ ਕਹਿੰਦੀ ਹੈ ਉਹ ਠੀਕ ਹੈ। ਜੇ ਠੀਕ ਹੋਈ ਦੁਬਾਰਾ, ਨਹੀਂ ਸਿੱਧੂ ਸਾਹਿਬ ਜੇ ਨਾ ਠੀਕ ਹੋਈ ਲਾਂਬੇ। ਸਿੱਧੂ ਸਾਹਿਬ ਪੰਜਾਬ ਦੇ ਨਹੀਂ ਇੱਕ ਮਿੰਟ ਸਿੱਧੂ ਸਾਹਿਬ ਤੁਹਾਡੇ ਤਾਂ ਪੰਜਾਬ ਦੇ ਲੋਕਾਂ ਲਈ ਤੁਸੀਂ ਇੱਕ ਸਪੈਸ਼ਲ ਹੋ, ਤੁਹਾਡੀ ਖਾਸ ਇੱਕ ਵਿਅਕਤੀਗਤ ਪਛਾਣ ਹੈ ਤੇ ਤੁਹਾਡੇ ਤੋਂ ਆਸ ਰੱਖਦੇ ਨੇ। ਹੁਣ ਇਹੋ ਜਿਹੇ ਦੌਰ 'ਚ ਆਪਾਂ ਪਹੁੰਚ ਚੁੱਕੇ ਹਾਂ ਵੀ ਤੁਹਾਡੇ ਜਿਹੜੇ ਫੈਸਲੇ ਨੂੰ ਦੇਖ ਰਹੇ ਨੇ। ਅਸੀਂ ਤਾਂ ਪੁੱਛ ਰਹੇ ਵੀ ਤੁਸੀਂ ਕਾਂਗਰਸ ਦੀ ਕਾਰਜਕਾਰੀ ਮੇਰਾ ਫੈਸਲਾ, ਤੁਹਾਡਾ ਅਗਲਾ ਫੈਸਲਾ ਦੇਖੋ क्या बात पूछी है। मेरा फैसला सुन, छोटे भी बहुत बढ़िया सवाल किया है। छोटे भी बहुत बढ़िया सवाल। कोई फैसला नवजोत सिंह सिद्धू ने लिता हो, पंजाब ਲਈ ਨਾ ਲਿੱਤਾ ਹੋਵੇ, ਆਪਣੇ ਲਈ ਲਿੱਤਾ ਹੋਵੇ, ਮੈਨੂੰ ਨਹੀਂ ਪਤਾ। ਕੋਈ ਇੱਕ ਬੰਦਾ ਨਾ ਲਓ ਇਸ ਹਿੰਦੁਸਤਾਨ ਦੇ ਵਿੱਚ, ਇੱਕ ਬੰਦਾ ਨਾ ਲਓ ਜਿਹਨੇ 6 ਸਾਲ ਦੀ ਰਾਜ ਸਭਾ ਕੀਤੀ। ਇੱਕ ਨਾ, ਇੱਕ ਬੰਦਾ ਨਾ ਲਓ ਜਿਹਨੇ ਐਮਪੀਗਿਰੀ ਛੱਡੀ ਹੋਵੇ। ਇੱਕ ਬੰਦਾ ਨਾ ਲਓ ਜਿਹਨੇ ਗੁਰੂ ਘਰ ਨਾ ਛੱਡਣ ਦੇ ਲਈ ਐਮਪੀਸ਼ਿਪ ਵੀ ਛੱਡੀ ਹੋਵੇ, ਆਈਐਨਪੀ ਮਿਨਿਸਟਰੀ ਵੀ ਛੱਡੀ। ਇੱਕ ਬੰਦਾ ਨਾ ਲਓ ਜਿਹੜਾ ਕਹਿੰਦਾ ਹੋਵੇ ਵੀ ਆਹ ਰਾਹ ਹੈ, ਜੇ ਕਿਸੇ ਹੋਰ ਰਾਹ ਤੇ ਤੋਰਨਾ ਕੋਈ ਗੱਲ ਨਹੀਂ, ਤੁਸੀਂ ਤੁਰੋ, ਮੈਂ ਤੁਹਾਡਾ ਸਤਿਕਾਰ ਕਰਦਾ, ਪਰ ਆ ਚੁੱਕੋ ਤੁਹਾਡੀ ਮਿਨਿਸਟਰੀ। ਤਾਂ ਹੀ ਤੇ ਤੁਹਾਡੇ ਤੋਂ ਜਾਣੀਆਂ ਆਸਾਂ ਨੇ ਜੀ। ਮੇਰੀ ਗੱਲ ਸੁਣੋ ਇੱਕ ਮਿੰਟ ਹੈ। ਇਸ ਕਰਕੇ ਜਦੋਂ ਮੈਂ ਬੀਜੇਪੀ ਵੀ ਛੱਡੀ ਸੀ, ਪਾਰਟੀ ਵਧੀਆ ਰੱਖਦੀ ਸੀ, ਕੋਈ ਰੌਲਾ ਹੀ ਨਹੀਂ ਸੀ। ਆ ਚੱਕ ਬਈ ਕਰ ਕੰਪੇਨ ਇਹਨਾਂ ਦੀ। ਮੈਂ ਕਿਹਾ ਜੀ ਇਹ ਡਾਕੂ ਨੇ, ਮੈਂ ਨਹੀਂ ਕਰਨੀ। ਅੱਛਾ ਜੇ ਕੰਪੇਨ ਨਹੀਂ ਕਰਨੀ ਮਿੱਤਰਾ, ਕੰਪੇਨ ਨਹੀਂ ਕਰਨੀ ਨਾ ਕਰ, ਕੋਈ ਗੱਲ ਨਹੀਂ। ਫਿਰ ਪੰਜਾਬ ਤੋਂ ਦੂਰ ਰਹਿ। ਕਿਉਂ? ਮੈਂ ਜੜ ਤੋਂ ਦੂਰ ਹੋ ਗਿਆ? ਕੀ ਹੈ ਮੇਰਾ ਸੁਪਨਾ? ਜੇ ਮੈਂ ਆਪਣਾ ਘਰ ਨਹੀਂ ਸੰਭਾਲ ਸਕਦਾ, ਮੈਂ ਬਾਹਰ ਜਾ ਕੇ ਝਾੜੂ ਦਿੰਦਾ ਫਿਰਾਂ, ਫਿਰ ਕਿਆ ਹੈ ਜੀ? ਇੱਥੋਂ ਬਾਹਰ ਬੜੀਆਂ ਸਾਜ਼ਿਸ਼ਾਂ ਰੱਖਦੇ, ਇੱਥੋਂ ਬਾਹਰ ਚੱਲ ਜਾ, ਤੈਨੂੰ ਉੱਥੇ ਦਾ ਉਹ ਬਣਾ ਦਿੰਦੇ ਆ ਫੇਸ। ਮੈਂ ਫਿਰ ਤੇ ਮੈਂ ਉੱਥੇ ਸੀ। ਹਾਂਜੀ, ਮੇਰੇ ਮੁੰਡੇ ਨੇ ਫੈਸਲਾ ਅਸਿਸਟੈਂਟ ਐਡਵੋਕੇਟ ਜਾਨੂੰ ਕਿਹਨੇ ਛੱਡਿਆ? ਸਵੇਰੇ ਆਰਟੀਕਲ ਪੜਿਆ, ਕਹਿੰਦਾ ਪਾਪਾ ਦੇ ਆਰ ਅਕਿਊਜ਼ਿੰਗ ਯੂ ਆਫ ਨੈਪੋਟਿਜ਼ਮ। ਆਪਣੀ ਮਾਂ ਨੂੰ ਕਹਿੰਦਾ ਜੇ ਚੇਅਰਮੈਨ ਹੀ ਲਿੱਤੀ ਮੇਰੇ ਮਾਰੇ ਦਾ ਮੂੰਹ ਦੇਖੇ, ਤੁਰ ਗਿਆ। ਅੱਜ ਤੱਕ ਨਹੀਂ ਆਇਆ। ਕਿਹਦੇ ਲਈ ਕੀਤਾ? ਆਪਣੇ ਲਈ ਕਿ ਪੰਜਾਬ ਲਈ? ਦੱਸੋ ਨਾ ਕਿਹਦੇ ਲਈ ਕੀਤਾ? ਜਵਾਬ ਦੇਵੇ ਕੋਈ ਲਿਆ ਬੰਦਾ। ਜਿਹੜੇ ਹਰ ਰੋਜ਼ ਸ਼ੁਰਨੀਆਂ ਛੱਡ ਦਿੰਦੇ ਆ, ਮੈਂ ਉਹਨਾਂ ਨੂੰ ਜਵਾਬ ਦੇਣਾ ਚਾਹੁੰਦਾ। ਇੱਕ ਵਾਰ ਦਊਂ, ਬਾਅਦ ਦੇ ਵਿੱਚ ਮੈਂ ਸਫਾਈਆਂ ਨਹੀਂ ਦਿੰਦਾ ਨਾ ਮੈਂ ਦਵਾਂ। ਨਵਜੋਤ ਸਿੰਘ ਸਿੱਧੂ ਨੇ ਪੁੱਤਰ ਸਰਦਾਰ ਭਗਵੰਤ ਸਿੰਘ ਸੁਤੰਤਰਤਾ ਸੈਨਾਨੀ, ਜਿਹਨੇ ਰਜਵਾੜੇ ਛੱਡੇ, ਸਾਬਣ ਨਹੀਂ ਦੇਖਿਆ 3 ਮਹੀਨੇ, ਕੀਰਤੀ ਗਦਰ ਪਾਰਟੀ ਦੇ ਵਿੱਚ ਤੇਜਾ ਸਿੰਘ ਸੁਤੰਤਰ ਦੇ ਅੰਦਰ ਕੰਮ ਕੀਤਾ, ਉਹਦਾ ਪੁੱਤਰ ਨਵਜੋਤ ਸਿੰਘ ਸਿੱਧੂ ਜਦ ਦਾ ਰਾਜਨੀਤੀ ਦੇ ਵਿੱਚ ਆਇਆ, ਡੰਕੇ ਦੀ ਚੋਟ ਦੇ ਉੱਤੇ ਕਹਿਣਾ, ਜਦ ਦਾ ਰਾਜਨੀਤੀ ਦੇ ਵਿੱਚ ਆਇਆ ਔਰ ਜਦ ਤੱਕ ਰਾਜਨੀਤੀ ਦੇ ਵਿੱਚ ਰਹੂ, ਕਿਸੇ ਤੋਂ ਇੱਕ ਕੋਲਾ ਮੰਗਿਆ ਹੋਵੇ ਨੀਵੇਂ ਥਾਵੇਂ ਪਾਇਓ, ਉਸੇ ਦਿਨ ਰਾਜਨੀਤੀ। ਸਿੱਧੂ ਸਾਹਿਬ ਪੰਜਾਬ ਦੇ ਲੋਕ ਉਸੇ ਦਿਨ ਫਿਰ ਇਹ ਸ਼ੁਰਨੀਆਂ ਛੱਡਣੀਆਂ। ਸਿੱਧੂ ਨੈਗੋਸ਼ੀਏਸ਼ਨ ਕਰਾ, ਇੱਕ ਬੰਦਾ ਕਦੇ ਮਿਲਿਆ ਵੀ ਹੋਵੇ, ਨੈਗੋਸ਼ੀਏਸ਼ਨ ਬਹੁਤ ਦੂਰ ਦੀ ਗੱਲ ਹੈ। ਇਹ ਬਦਨਾਮ ਕਰਨ ਦੀ, ਜਿਹਦੀ ਸਫਲਤਾ ਰੋਕੀ ਨਹੀਂ ਨਾ ਜਾ ਸਕਦੀ ਮਿੱਤਰਾ, ਉਹਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਐਂ ਬਦਨਾਮ ਕਰ ਲਓਗੇ, ਐਂ ਲੋਕਾਂ ਦਾ ਵਿਸ਼ਵਾਸ ਖੋਲੋਗੇ, ਨਹੀਂ ਖੋਇਆ ਜਾਂਦਾ। 6 ਇਲੈਕਸ਼ਨ ਐਵੇਂ ਲੋਕਾਂ ਨੇ ਜਿਤਾਤੇ ਹੈ। ਇਹ ਪ੍ਰਮਾਣ ਨਹੀਂ ਤੁੱਛ ਹੈ। that which needs to be proven is not worth a toss। ਮੈਂ ਕਹਿੰਦਾ ਸਿੱਧੂ ਸਾਹਿਬ ਪੰਜਾਬ ਦੇ ਲੋਕ ਇਸੇ ਕਰਕੇ ਕਹਿੰਦੇ ਨੇ ਵੀ ਸਿੱਧੂ ਪੰਜਾਬ ਦੇ ਲੋਕਾਂ ਨੇ ਕੀ ਬਦਲ ਸਿੱਧੂ ਸਾਹਿਬ ਮੈਦਾਨ ਚੋਂ ਗਿਆ ਤੱਕ ਸੀ, ਉਹਨੂੰ ਪੁੱਛਿਆ। ਨਹੀਂ ਆ ਜਾ, ਹੁਣ ਤੁਸੀਂ ਕਹਿੰਦੇ ਹੋ ਸਿੱਕੇ ਮਾਰਨ ਵਾਲੇ ਮੈਦਾਨ 'ਚ ਆਏ ਵੀ ਨਾ, ਜਿਹੜਾ ਗੱਲ ਤੁਹਾਨੂੰ ਨੂੰ ਮਾਰ ਸਕਦੇ ਹੋ ਨਾ, ਗੱਲ ਨੂੰ ਉਹ ਵੀ ਤੁਸੀਂ ਆਏ ਨਾ। ਤੁਸੀਂ ਦੇਖੋ ਕਿਸਾਨ ਵੀਰਾਂ ਨੇ, ਮੈਂ ਸ਼ੁਰੂ ਤੋਂ ਕਿਸਾਨ ਮੋਰਚੇ ਨਾਲ ਜੁੜਿਆ ਹਾਂ। ਪਹਿਲੇ ਦਿਨ ਮੈਂ 15,000 ਦੀ ਰੈਲੀ ਕੀਤੀ, 10,000 ਦੀ ਰੈਲੀ ਕੀਤੀ। ਇੱਕ ਸਲੋਗਨ ਸੀ ਪਾਰਟੀ ਦਾ, ਕਿਸੇ ਦਾ ਉਹ ਸਟਾਰਟ ਨਾ ਕੋਈ ਇੱਕ ਦਿਖਾ ਦਿਓ ਪੋਸਟਰ ਲੱਗਿਆ ਹੁੰਦਾ ਜਿਹੜੇ ਉੱਥੇ ਚਨੂਨੀ ਸਾਹਿਬ ਵੀ ਆਏ ਸੀ, ਮੈਨੂੰ ਬਾਅਦ ਚ ਪਤਾ ਲੱਗਿਆ। ਠੀਕ ਹੈ, ਕੀਤੀ। ਉਸ ਤੋਂ ਲੈ ਕੇ ਰੋਜ਼ ਮੈਂ ਕਿਸਾਨ ਮੋਰਚੇ ਲਈ ਲੜਦਾ, ਰੋਜ਼ ਰਾਹ ਦੇਣਾ, ਰੋਜ਼ ਕਹਿਣਾ ਕਿ ਸਾਨੂੰ ਇਕਨੋਮਿਕ ਮਾਡਲ ਬਣਾਉਣਾ ਚਾਹੀਦਾ, ਸਾਨੂੰ ਛੋਟੇ ਫਾਰਮਰ ਦਾ ਮਾਡਲ ਬਣਾਉਣਾ ਚਾਹੀਦਾ, ਰੋਜ਼ ਕਹਿਣਾ, ਹਰ ਰੋਜ਼, ਔਰ ਆਪਣੀ ਗੱਲ ਤੇ ਖੜਾ।
ਕਿ ਮੇਰੇ ਤੋਂ ਵਧੀਆ ਕੋਈ ਦਊਗਾ ਮੈਂ ਉਹ गिरा ਦੇ ਤੂੰ ਨਹੀਂ ਤਾਂ ਤੁਸੀਂ ਪੁੱਛੋ ਨਵਜੋਤ ਸਿੰਘ ਸਿੱਧੂ ਨੇ ਮੈਦਾਨ ਨਹੀਂ ਛੱਡੇ ਕਦੇ ਇਹ ਉਹ ਬੰਦਾ ਨਹੀਂ ਹੈ ਸਿੱਧੂ ਸਾਹਿਬ ਬਾਤ ਜਿਹੜਾ ਆਇਆ ਔਰ ਗਿਆ 16 ਸਾਲ ਦੇ ਜਿਹਨੇ ਬੜੇ ਲੋਕ ਨੇ ਜਿਨ੍ਹਾਂ ਨੇ ਥੱਲੇ ਸਿੱਟਣ ਦੀ ਕੋਸ਼ਿਸ਼ ਕੀਤੀ ਨਾ ਮੈਂ ਗਿਰਾ ਨਾ ਫਿਰ ਸ਼ੇਰ ਸੁਣਾਇਆ ਫਿਰ ਕਹੋਗੇ ਸ਼ੇਰ नहीं सुनाया लोगों ना मैं गिरा ना मेरी उम्मीदों का कोई मीनार गिरा ना मैं गिरा ना मेरी उम्मीदों का कोई मीनार गिरा लेकिन मुझे गिराने की कोशिश में हर बंदा कई बार ਸਿੱਧੂ ਸਾਹਿਬ मैं भी नहीं गिरा ਸਿੱਧੂ ਸਾਹਿਬ ਵਿਚਾਰ ਤੇ ਵਾਪਸੀ मित्र प्यारे दैट इज दी एंड